ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਕੱਲ੍ਹ ਰਾਤੀ ਸਾਡੀ ਕੇਂਦਰ ਸਰਕਾਰ ਵੱਲੋਂ ਜੋ ਨਵੀਂ ਸਿੱਖਿਆ ਨੀਤੀ ਸੀ ਉਹ ਰਿਲੀਜ਼ ਕਰ ਦਿੱਤੀ ਗਈ। ਉਹਦਾ ਭਾਵੇਂ ਹਾਲੇ ਕੋਈ ਅਧਿਕਾਰਤ ਤੌਰ 'ਤੇ ਦਸਤਾਵੇਜ਼ ਸਾਡੇ ਸਾਹਮਣੇ ਨਹੀਂ ਆਇਆ, ਪਰ ਜੋ ਮੰਤਰੀਆਂ ਨੇ ਉਸ ਵੇਲੇ ਜੋ ਪ੍ਰੈਸ ਕਾਨਫਰੰਸ 'ਚ ਗੱਲਬਾਤ ਕੀਤੀ ਜਾਂ ਜਿਸ ਤਰ੍ਹਾਂ ਦੇ ਸਾਡੇ ਕੋਲ ਤੱਥ ਜਿੰਨੇ ਕੁ ਉਪਲਬਧ ਹੋ ਰਹੇ ਨੇ, ਜਿੰਨੇ ਕੁ ਵੇਰਵੇ ਉਪਲਬਧ ਹੋ ਰਹੇ ਨੇ, ਉਹਦੇ ਆਧਾਰ 'ਤੇ ਕੋਈ ਬਹੁਤ ਹੀ ਚੰਗੀ ਤਸਵੀਰ ਉੱਭਰ ਕੇ ਸਾਹਮਣੇ ਨਹੀਂ ਆਉਂਦੀ। ਕਿਤੇ ਨਾ ਕਿਤੇ ਆਪਣੇ ਢੰਗ ਨਾਲ ਲੋਕਾਂ ਨੂੰ ਸਿੱਖਿਅਤ ਕਰਨ ਲਈ ਜਾਂ ਗਰੀਬਾਂ ਤੋਂ ਸਿੱਖਿਆ ਦਾ ਹੱਕ ਹੋਰ ਬੁਰੀ ਤਰ੍ਹਾਂ ਖੋਹਣ ਲਈ ਇਸ ਤਰ੍ਹਾਂ ਸਾਹਮਣੇ ਆਉਂਦਾ ਹੈ, ਇਸ ਤਰ੍ਹਾਂ ਨਿੱਤਰ ਕੇ ਗੱਲ ਸਾਹਮਣੇ ਹਾਲ ਦੀ ਘੜੀ ਆਉਂਦੀ ਹੈ ਕਿ ਜਿਵੇਂ ਕਿ ਸਰਕਾਰ ਦੀ ਇਹਦੇ ਵਿੱਚ ਬਦਨੀਤੀ ਹੋਵੇ। ਅਤੇ ਇਸ ਬਾਰੇ ਅਸੀਂ ਵਿਸਥਾਰ 'ਚ ਗੱਲਬਾਤ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਕੁਲਦੀਪ ਪੁਰੀ ਜੀ, ਜੋ ਐਜੂਕੇਸ਼ਨ ਹੀ ਜਿਨ੍ਹਾਂ ਦਾ ਵਿਸ਼ਾ ਹੈ, ਉਹ ਇਹ ਵਿਸ਼ਾ ਪੜ੍ਹਾਉਂਦੇ ਹਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ। ਪ੍ਰੋਫੈਸਰ ਕੁਲਦੀਪ ਪੁਰੀ ਜੀ, ਟੀਵੀ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੁਰੀ ਸਾਹਿਬ, ਇਹਦੇ ਬਾਰੇ ਸਿੱਖਿਆ ਨੀਤੀ ਜੋ ਆਈ ਹੈ, ਜਿਹਦਾ ਸਾਡੇ ਕੋਲ ਕੋਈ ਹਾਲੇ ਤੱਕ ਦਸਤਾਵੇਜ਼ ਵੀ ਕੋਈ ਖਰੜਾ ਜਾਂ ਉਹਨਾਂ ਦੀ ਵੈਬਸਾਈਟ 'ਤੇ ਵੀ ਉਪਲਬਧ ਨਹੀਂ ਹੈ, ਇਹਦੇ ਅਸੀਂ ਪਹਿਲਾਂ ਉੱਚ ਸਿੱਖਿਆ ਤੋਂ ਹੀ ਮੋਟੇ ਇਹਦੇ ਨੁਕਤੇ ਜੇ ਵਿਚਾਰ ਲਈਏ ਕਿ ਕਿਸ ਤਰ੍ਹਾਂ ਦੀ ਸਰਕਾਰ ਸਾਨੂੰ ਸਿੱਖਿਆ ਦੇਣੀ ਚਾਹ ਰਹੀ ਹੈ। ਕਈ ਫੈਸਲੇ ਬੜੇ ਅਜੀਬ ਲੈ ਲਏ ਗਏ ਨੇ ਜੋ ਸਾਡੇ ਮੁਲਕ ਨੂੰ ਵਾਰਾ ਨਹੀਂ ਖਾਂਦੇ, ਜਿਸ ਤਰ੍ਹਾਂ 100 ਵਿਦੇਸ਼ੀ ਯੂਨੀਵਰਸਿਟੀਆਂ ਨੂੰ ਆਪਣੇ ਕੈਂਪਸ ਬਣਾਉਣ ਦੀ ਆਗਿਆ ਦੇ ਦੇਣਾ, ਅਤੇ ਜਾਂ ਗਿਣਤੀ ਵਿਦਿਆਰਥੀਆਂ ਦੀ ਜੋ ਐਨਰੋਲਮੈਂਟ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਹੈ ਅਤੇ ਉਹਨਾਂ ਵਿੱਚ 3000 ਦੀ ਗਿਣਤੀ ਮਿੱਥ ਦੇਣਾ ਘੱਟੋ ਘੱਟ ਉਹ ਕਾਲਜ ਜਾਂ ਯੂਨੀਵਰਸਿਟੀ ਚਲਾਉਣ ਲਈ। ਇਹ ਕਿਸ ਤਰ੍ਹਾਂ ਦਾ ਦ੍ਰਿਸ਼ ਉੱਭਰ ਕੇ ਸਾਹਮਣੇ ਆਉਂਦਾ ਤੁਹਾਡੇ ਮੁਤਾਬਕ? ਜਿਹੜਾ ਡਾਕੂਮੈਂਟ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਅਸਲ ਵਿੱਚ ਇਹਦਾ ਪੂਰਾ ਵਿਸਤਾਰ ਵਿੱਚ ਗੌਰਮੈਂਟ ਆਫ ਇੰਡੀਆ ਨੇ ਇੱਕ ਖਰੜਾ ਜਾਰੀ ਕੀਤਾ ਸੀ ਪਿਛਲੇ ਸਾਲ ਜੂਨ ਵਿੱਚ, ਜਿਹਨੂੰ ਇਹਨਾਂ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਖਰੜਾ ਕਹਿ ਕੇ ਲੋਕਾਂ ਦੀ ਚਰਚਾ ਦੇ ਵਾਸਤੇ ਉਹਨੂੰ ਬਾਹਰ ਕੱਢਿਆ ਸੀ। ਉਸ ਤੋਂ ਉਹਦੀ ਕਾਫੀ ਚਰਚਾ ਹੋਈ, ਉੱਥੇ ਸੈਮੀਨਾਰਸ ਹੋਏ, ਉਹਦੇ ਬਾਰੇ ਗੱਲ ਵੀ ਹੋਈ। ਜਿਹੜੀ ਤੁਸੀਂ ਗੱਲਾਂ ਕਹੀਆਂ ਨੇ, ਖਾਸ ਕਰ ਹਾਇਰ ਐਜੂਕੇਸ਼ਨ ਦੀ ਕੌਂਟੈਕਸਟ ਦੇ ਵਿੱਚ, ਸੰਦਰਭ ਵਿੱਚ, ਉਹ ਗੱਲਾਂ ਸਹੀ ਨੇ। ਅਸੀਂ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਆਪਣੀ ਰਾਏ, ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਰਾਏ ਆਪਣੀ ਸਰਕਾਰ ਨੂੰ ਦਿੱਤੀ ਸੀ, ਔਰ ਅਸੀਂ ਇਹ ਉਮੀਦ ਕਰ ਰਹੇ ਸੀ ਕਿ ਸ਼ਾਇਦ ਉਹ ਜਿਹੜੀ ਰਾਏ ਗਈ ਹੈ ਉਹਨੂੰ ਵਿਚਾਰਦਿਆਂ ਹੋਇਆਂ ਕੁਝ ਚੇਂਜਸ ਹੋਣਗੀਆਂ। ਉਹ ਹੋ ਗਈਆਂ ਨੇ ਕਿ ਨਹੀਂ ਹੋ ਗਈਆਂ, ਇਹਦੇ ਬਾਰੇ ਪੱਕੀ ਜਾਣਕਾਰੀ ਉਦੋਂ ਮਿਲੇਗੀ ਜਦੋਂ ਅਧਿਕਾਰਿਕ ਤੌਰ 'ਤੇ ਜਿਹੜਾ ਡਾਕੂਮੈਂਟ, ਜਿਹੜਾ ਖਰੜਾ ਕੇਂਦਰੀ ਕੈਬਨਿਟ ਨੇ ਮਨਜ਼ੂਰ ਕੀਤਾ, ਜਦੋਂ ਉਹ ਉਹਨਾਂ ਦੀ ਵੈਬਸਾਈਟ 'ਤੇ ਆ ਜਾਏਗਾ। ਅਜੇ ਤੱਕ ਉਹਨਾਂ ਦੀ ਵੈਬਸਾਈਟ 'ਤੇ ਜਿਹੜਾ ਖਰੜਾ ਅਧਿਕਾਰਤ ਡਾਕੂਮੈਂਟ ਹੈ, ਜਿਹਨੂੰ ਹੁਣ ਆਪਾਂ ਖਰੜਾ ਨਾ ਕਹਿ ਕੇ ਰਾਸ਼ਟਰੀ ਸਿੱਖਿਆ ਨੀਤੀ ਕਹਾਂਗੇ, ਉਹਦੀ ਅਜੇ ਅਸੀਂ ਇੰਤਜ਼ਾਰ ਕਰ ਰਹੇ ਹਾਂ। ਲੇਕਿਨ ਕੁਝ ਇੱਕ ਜਿਹੜੀਆਂ ਗੱਲਾਂ ਪ੍ਰੈਸ ਕਾਨਫਰੰਸ ਵਿੱਚ ਹਾਇਰ ਐਜੂਕੇਸ਼ਨ ਦੇ ਸੰਦਰਭ ਵਿੱਚ ਹੋਈਆਂ, ਉਹਨਾਂ ਨੇ ਇਹ ਕਿਹਾ, ਇੱਕ ਚੰਗੀ ਨੀਅਤ ਜਾਂ ਇੱਕ ਚੰਗੇ ਸ਼ਬਦਾਂ ਦੇ ਨਾਲ ਗੱਲ ਸ਼ੁਰੂ ਹੋਈ ਕਿ ਜੀ ਅਸੀਂ ਵਿਗੜੀ ਹੋਈ, ਕਮਜ਼ੋਰ ਉਚੇਰੀ ਸਿੱਖਿਆ ਨੂੰ ਅਸੀਂ ਬਹੁਤ ਵਧੀਆ ਅਤੇ ਦੁਨੀਆ ਦੇ ਪੱਧਰ ਦੀ ਜਿਹੜੀ ਕੁਆਲਿਟੀ ਹੈ, ਜਿਹੜਾ ਮਿਆਰ ਹੈ, ਉਹਦੇ 'ਤੇ ਲੈ ਆਉਣਾ ਚਾਹੁੰਦੇ ਹਾਂ। ਅਤੇ ਇਸ ਕਰਕੇ ਅਸੀਂ ਪਿਛਲੇ 34 ਸਾਲ ਤੋਂ ਜਿਹੜੀ ਪੋਲਿਸੀ ਚੱਲ ਰਹੀ ਸੀ, ਉਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਸੋਚ ਵਿਚਾਰ ਕਰਕੇ ਹੁਣ ਇੱਕ ਨਵੀਂ ਚੇਂਜ, ਇੱਕ ਨਵੀਂ ਤਬਦੀਲੀ ਲਿਆਉਣਾ ਚਾਹੁੰਦੇ ਹਾਂ। ਉਹਨਾਂ ਦਾ ਮਕਸਦ, ਉਹਨਾਂ ਨੇ ਜੋ ਕਿਹਾ, ਉਹ ਤਾਂ ਇਹ ਹੈ ਕਿ ਅਸੀਂ ਇੱਥੋਂ ਦੀ ਸਿੱਖਿਆ ਨੂੰ ਸਾਰਿਆਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਫੈਲਾਅ ਕਰਨਾ ਚਾਹੁੰਦੇ ਹਾਂ, ਔਰ ਮਿਆਰ ਚੰਗਾ ਕਰਨਾ ਚਾਹੁੰਦੇ ਹਾਂ, ਸਮੇਂ ਦੇ ਹਾਣ ਦੀ ਕਰਨਾ ਚਾਹੁੰਦੇ ਹਾਂ, ਉਹਦਾ ਮਿਆਰ ਵਧੀਆ ਕਰਨਾ ਚਾਹੁੰਦੇ ਹਾਂ। ਹੁਣ ਉਹਦੇ ਵਿੱਚ ਦੋ ਨੁਕਤੇ ਵਿਚਾਰਨ ਵਾਲੇ ਨੇ। ਪਹਿਲੀ ਤਾਂ ਗੱਲ ਇਹ ਕਿ ਇਸ ਵੇਲੇ ਸਾਡੀ ਜਿਹੜੀ ਗ੍ਰੋਸ ਐਨਰੋਲਮੈਂਟ ਰੇਸ਼ੋ ਹੈ, ਜਿਹਨੂੰ ਅਸੀਂ ਇਹ ਕਹਿੰਦੇ ਹਾਂ ਕਿ ਕੁੱਲ ਅਨੁਪਾਤ ਦਾਖਲੇ ਦਾ, ਉਹਦੇ 'ਚ ਇਹ ਹੁੰਦਾ ਹੈ ਕਿ ਤੁਹਾਡੇ ਕੋਲ ਕਿੰਨਾ, ਜਿਹੜਾ 18 ਤੋਂ 23 ਜਾਂ 24 ਸਾਲ ਦੀ ਉਮਰ ਦੇ ਵਿੱਚ ਕਿੰਨਾ ਯੂਥ ਹੈਗਾ, ਅਤੇ ਉਹਦੇ ਵਿੱਚੋਂ ਕਿੰਨਾ ਜਿਹੜਾ ਹੈਗਾ ਉਹ ਉਚੇਰੀ ਸਿੱਖਿਆ ਦੀਆਂ ਸੰਸਥਾਵਾਂ ਵਿੱਚ ਪੜ੍ਹ ਰਿਹਾ। ਇਸ ਵੇਲੇ ਉਹ ਜਿਹੜੀ ਪਰਸੈਂਟੇਜ ਹੈ ਉਹ 26.3 ਹੈ, ਅਤੇ ਨੀਤੀ ਇਹ ਕਹਿੰਦੀ ਹੈ ਕਿ ਅਸੀਂ ਇਹਨੂੰ ਦੁੱਗਣਾ ਕਰ ਦੇਣਾ 15 ਸਾਲਾਂ ਦੇ ਵਿੱਚ।
ਉਹ ਇਹਨੂੰ 50% ਤੱਕ ਲੈ ਜਾਣਾ ਚਾਹੁੰਦੇ ਨੇ, ਜਿਹੜਾ ਕਿ ਇੱਕ ਚੰਗਾ ਉਦੇਸ਼ ਹੈ। ਬਿਲਕੁਲ ਅੱਛਾ, ਦੂਸਰਾ ਉਹ ਇਹਦੇ ਕੁਆਲਿਟੀ ਨੂੰ ਵਧੀਆ ਕਰ ਦੇਣਾ ਚਾਹੁੰਦੇ ਨੇ। ਜੀ। ਅੱਛਾ, ਹੁਣ ਜਦੋਂ ਕੁਆਲਿਟੀ ਨੂੰ ਵਧੀਆ ਕਰਨ ਲੱਗੇ ਤੇ ਉਹ ਇਹ ਕਹਿਣ ਲੱਗੇ ਕਿ ਅਸੀਂ ਇਹ ਜਿਹੜੀ ਸਾਰਾ ਇਸ ਵੇਲੇ ਚੱਲ ਰਿਹਾ ਸਿਸਟਮ, ਇਹਨੂੰ ਇਸ ਤਰ੍ਹਾਂ ਨਹੀਂ ਚਲਾਵਾਂਗੇ, ਇਹਨੂੰ ਬਦਲ ਦਿਆਂਗੇ। ਬਦਲਣ ਦੇ ਵਿੱਚ ਉਹਨਾਂ ਨੇ ਪਹਿਲੀ ਗੱਲ ਇਹ ਕੀਤੀ ਕਿ ਅਸੀਂ ਜਿੰਨੀਆਂ ਇਸ ਵੇਲੇ 993 ਦੇ ਕਰੀਬ ਯੂਨੀਵਰਸਿਟੀਆਂ ਨੇ, 50,000 ਦੇ ਕਰੀਬ ਕਾਲਜ ਨੇ, ਹੋਰ ਕਈ ਇੰਸਟੀਟਿਊਸ਼ਨਸ ਨੇ, ਤੇ ਅਸੀਂ ਇਹਨਾਂ ਕੋਈ ਡੀਮਡ ਯੂਨੀਵਰਸਿਟੀਆਂ ਨੇ, ਕੋਈ ਨੈਸ਼ਨਲ ਇੰਪੋਰਟੈਂਸ ਦੇ ਇੰਸਟੀਚਿਊਟ ਨੇ, ਕਿ ਇਹਨਾਂ ਸਾਰਿਆਂ ਨੂੰ ਅਸੀਂ ਹੁਣ ਸਿਰਫ 3 ਤਰੀਕੇ ਦੇ ਸੰਸਥਾਵਾਂ ਦੇ ਵਿੱਚ ਬਦਲ ਦਿਆਂਗੇ ਆਉਣ ਵਾਲੇ 10 ਸਾਲਾਂ ਦੇ ਵਿੱਚ। ਜੀ। ਉਹਦੇ ਵਿੱਚ ਯੂਨੀਵਰਸਿਟੀਆਂ ਤਾਂ 2 ਤਰ੍ਹਾਂ ਦੀਆਂ ਹੋਣਗੀਆਂ। ਇੱਕ ਯੂਨੀਵਰਸਿਟੀ ਹੋਏਗੀ ਜਿਹੜੀ ਰਿਸਰਚ ਖੋਜ ਦੇ ਉੱਪਰ ਨੂੰ ਸਮਰਪਿਤ ਹੋਏਗੀ, ਪਰ ਉਹ ਪੜ੍ਹਾਏਗੀ ਵੀ। ਖੋਜ ਨੂੰ ਸਮਰਪਿਤ ਯੂਨੀਵਰਸਿਟੀ ਉਹਨੂੰ ਕਹਿੰਦੇ ਰਿਸਰਚ ਯੂਨੀਵਰਸਿਟੀ। ਦੂਜੀ ਪੜ੍ਹਨ ਪੜ੍ਹਾਉਣ ਨੂੰ ਸਮਰਪਿਤ ਯੂਨੀਵਰਸਿਟੀ ਟੀਚਿੰਗ ਯੂਨੀਵਰਸਿਟੀ। ਲੇਕਿਨ ਇਹ ਦੋਨੋਂ ਯੂਨੀਵਰਸਿਟੀਆਂ ਪੜ੍ਹਾਉਣਗੀਆਂ ਵੀ ਤੇ ਰਿਸਰਚ ਵੀ ਕਰਨਗੀਆਂ। ਫਿਰ ਫਰਕ ਕੀ ਹੋਇਆ ਨਾ? ਲੇਕਿਨ ਉਹਦਾ ਰਿਸਰਚ ਯੂਨੀਵਰਸਿਟੀ ਦਾ ਜਿਹੜਾ ਫੋਕਸ ਹੈ ਉਹ ਰਿਸਰਚ ਤੇ ਹੋਏਗਾ, ਖੋਜ ਤੇ ਹੋਏਗਾ, ਤੇ ਜਿਹੜੀ ਟੀਚਿੰਗ ਯੂਨੀਵਰਸਿਟੀ ਹੈ ਉਹਦਾ ਫੋਕਸ ਜਿਹੜਾ ਹੈਗਾ ਉਹ ਟੀਚਿੰਗ ਤੇ ਹੋਏਗਾ, ਲੇਕਿਨ ਰਿਸਰਚ ਵੀ ਉਹ ਕਰਨਗੀਆਂ। ਤੇ ਤੀਜੀ ਕਿਸਮ ਦੀ ਜਿਹੜੀ ਸੰਸਥਾ ਉਹਨਾਂ ਨੇ ਕਿਹਾ ਅਸੀਂ ਬਣਾਵਾਂਗੇ ਉਹ ਹੈ ਖੁਦ ਮੁਖਤਾਰ ਕਾਲਜ, ਆਟੋਨੋਮਸ ਕਾਲਜਸ। ਇਹ ਜਿੰਨੇ ਕਾਲਜ ਨੇ ਇਹ ਖੁਦ ਮੁਖਤਾਰ ਹੋ ਜਾਣਗੇ। ਖੁਦ ਮੁਖਤਾਰ ਤੋਂ ਮਤਲਬ ਇਹ ਕਿ ਉਹਨਾਂ ਨੂੰ ਅਕਾਦਮਿਕ ਖੁਦ ਮੁਖਤਾਰੀ ਵੀ ਹੋਏਗੀ। ਅਕਾਦਮਿਕ ਖੁਦ ਮੁਖਤਾਰੀ ਦਾ ਮਤਲਬ ਇਹ ਹੈ ਕਿ ਉਹ ਡਿਗਰੀਆਂ ਆਪ ਦੇ ਸਕਣਗੇ, ਉਹਨਾਂ ਨੂੰ ਯੂਨੀਵਰਸਿਟੀਆਂ ਦੇ ਕੋਲ ਜਾਣ ਦੀ ਲੋੜ ਨਹੀਂ ਹੋਏਗੀ, ਆਟੋਨੋਮਸ ਕਾਲਜਸ ਹੋਣਗੇ। ਤੇ ਇਹਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੀ ਹੁਣ ਸਿਸਟਮ ਚੱਲ ਰਿਹਾ ਕਿ ਇਹ ਕਾਲਜ ਨੇ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਨੇ, ਐਫੀਲੀਏਟਡ ਨੇ, ਅਸੀਂ ਇਹ ਵੀ ਆਉਣ ਵਾਲੇ 10 ਜਾਂ 15 ਸਾਲਾਂ ਦੇ ਵਿੱਚ ਇਹ ਜਿਹੜਾ ਐਫੀਲੀਏਸ਼ਨ ਦਾ ਸਿਸਟਮ ਹੈ ਇਹਨੂੰ ਖਤਮ ਕਰਾਂਗੇ। ਕਿਉਂਕਿ ਕਾਲਜ ਜਿਹੜੇ ਨੇ ਉਹ ਯੂਨੀਵਰਸਿਟੀ ਦੇ ਨਾਲ, ਯੂਨੀਵਰਸਿਟੀਆਂ ਦਾ ਕੰਮ ਫਿਰ ਕਾਲਜ ਦਾ ਇਮਤਿਹਾਨ ਲੈਣਾ ਰਹਿ ਜਾਂਦਾ, ਤੇ ਇਸ ਕਰਕੇ ਅਸੀਂ ਇਹਨੂੰ ਹੌਲੀ ਹੌਲੀ ਫੇਜ਼ ਆਊਟ ਕਰ ਦਿਆਂਗੇ। ਹੁਣ ਮਸਲਾ ਇਹ ਬਣ ਗਿਆ ਕਿ ਤੁਸੀਂ 3 ਤਰ੍ਹਾਂ ਦੀਆਂ ਯੂਨੀਵਰਸਿਟੀ, 3 ਤਰ੍ਹਾਂ ਦੇ ਸੰਸਥਾਵਾਂ ਬਣਾ ਦਿਓਗੇ, ਹੁਣ ਉਹ ਚਲਾਓਗੇ ਕਿਵੇਂ? ਹੁਣ ਇਹਦੇ ਜਿਹੜੀ ਪ੍ਰੈਸ ਰਿਲੀਜ਼ ਹੈ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਹਰ ਸੰਸਥਾ ਦੇ ਉੱਪਰ ਇਹ ਲਾਜ਼ਮ ਹੋਏਗਾ ਕਿ ਉੱਥੇ ਜਿਹੜੀ ਐਨਰੋਲਮੈਂਟ ਹੈ, ਜਿਹੜੀ ਬੱਚਿਆਂ ਦੀ ਦਾਖਲਾ ਹੈ, ਉਹ 3000 ਤੇ ਘੱਟੋ ਘੱਟ ਹੋਵੇ। ਇੱਥੇ ਮੈਂ ਇੱਕ ਸਵਾਲ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਜਿਸ ਤਰ੍ਹਾਂ ਜੇ ਅਸੀਂ ਪੰਜਾਬ ਦੀ ਇਕੱਲੀ ਦੀ ਸਿੱਖਿਆ ਨੂੰ ਲਈਏ ਤਾਂ ਜਿਹੜੇ ਪੰਜਾਬ ਦੇ ਦੁਰੇਡੇ ਇਲਾਕੇ ਨੇ, ਪੇਂਡੂ ਖੇਤਰ ਨੇ, ਜਾਂ ਬਹੁਤ ਦੁਰਗਮ ਨੇ, ਫਾਰ ਐਗਜ਼ਾਮਪਲ ਮੈਂ ਕੰਡੀ ਦੀ ਗੱਲ ਕਰਾਂ ਮੰਨ ਲਓ, ਜਾਂ ਉੱਧਰ ਬਾਰਡਰ ਦੇ ਨੇੜੇ ਤੇੜੇ ਕਿਧਰੇ ਦੂਰ ਪਾਰ ਦੇ ਜਿੱਥੇ ਬਰਸਾਤਾਂ ਵਿੱਚ ਸੰਪਰਕ ਵੀ ਟੁੱਟ ਜਾਂਦਾ ਬਾਕੀ ਸੂਬੇ ਨਾਲੋਂ, ਉਹਨਾਂ ਦਾ ਸੜਕਾਂ ਨਹੀਂ ਹੈਗੀਆਂ, ਕੁਝ ਵੀ ਆਵਾਜਾਈ ਦੇ ਸਾਧਨ ਨਹੀਂ, ਅਤੇ ਉੱਥੇ ਸੰਤਾਂ ਸਾਧਾਂ ਨੇ, ਜਿਸ ਤਰ੍ਹਾਂ ਕੰਢੀ ਖੇਤਰ ਵਿੱਚ ਭੂਰੀ ਵਾਲੇ ਸੰਤਾਂ ਨੇ ਕਾਲਜ ਖੋਲ੍ਹੇ ਹੋਏ ਨੇ ਖਾਸ ਕਰਕੇ ਕੁੜੀਆਂ ਲਈ, ਅਤੇ ਉਹ ਉਹਨਾਂ ਦੇ ਸਦਕਾ ਉਹ ਐਜੂਕੇਸ਼ਨ ਲੈ ਰਹੀਆਂ ਸੀ। ਕੁਛ ਹੋਰ ਧਾਰਮਿਕ ਸੰਸਥਾਵਾਂ ਨੇ, ਸੰਤ ਨੇ ਅਲੱਗ-ਅਲੱਗ ਥਾਵਾਂ 'ਤੇ ਜਿਨ੍ਹਾਂ ਨੇ ਇਹ ਕਾਲਜ ਸਕੂਲ ਖੋਲ੍ਹੇ ਹੋਏ ਨੇ, ਅਤੇ ਉਹ ਕੁੜੀਆਂ ਮੁੰਡੇ ਜਿੱਥੇ ਕੋਐਡ ਹੈ ਤਾਂ ਕੋਐਡ ਸਹੀ, ਨਹੀਂ ਤਾਂ ਕੁੜੀਆਂ ਨੂੰ ਤਾਂ ਘੱਟੋ ਘੱਟ ਇੱਕ ਕੀ ਕਹਿੰਦੇ ਆ, ਇੱਕ ਬਹੁਤ ਵੱਡਾ ਹਾਸਲ ਸੀ ਉਹ ਥਾਵਾਂ, ਮੁਕੱਦਸ ਥਾਵਾਂ ਉਹ ਕੁੜੀਆਂ ਲਈ ਹੋ ਨਿਬੜਦੀਆਂ ਨੇ ਕਿ ਉਹ ਉੱਥੇ ਸਿੱਖਿਆ ਲੈ ਕੇ ਅੱਗੇ ਵੱਧਦੀਆਂ ਨੇ। ਅਤੇ ਉੱਥੇ 3000 ਦੀ ਗਿਣਤੀ ਵਾਲੀ ਸ਼ਰਤ ਤਾਂ ਬਹੁਤ ਟਫ ਹੋਏਗੀ। ਦਵੀ ਜੀ, ਐਕਚੁਅਲੀ ਇਹ ਜਿਹੜੇ ਪੰਜਾਬ ਦੀ ਸੀਨ ਇਹ ਹੈਗਾ ਕਿ 65% ਕਾਲਜ, ਉਹਨਾਂ ਦੀ ਜਿਹੜੀ ਐਵਰੇਜ ਐਨਰੋਲਮੈਂਟ ਹੈ GER ਉਹ 548 ਹੈ। ਤੇ ਫਿਰ ਤੇ ਇੰਨੇ ਕਾਲਜ ਸਾਡੇ ਬੰਦ ਹੋਣਗੇ, ਉਹ ਤੋਂ ਜ਼ਿਆਦਾ ਬੰਦ ਹੋਣਗੇ ਜੇ ਇਹਨਾਂ ਦੀ ਸ਼ਰਤ ਮੰਨੀ ਜਾਵੇ, ਤੇ ਫਿਰ ਤੇ ਉਹ ਕਾਲਜ ਜਿਹੜੇ ਚੱਲ ਹੀ ਨਹੀਂ ਸਕਦੇ। ਠੀਕ ਹੈ, ਹੁਣ ਇਹੋ ਹੀ ਇੱਕ ਸਭ ਤੋਂ ਵੱਡਾ ਇਤਰਾਜ਼ ਹੈ ਜੀ ਕਿ ਜਿਨ੍ਹਾਂ ਸੰਤਾਂ ਦੀ ਤੇ ਜਿਨ੍ਹਾਂ ਮਹਾਂਪੁਰਸ਼ਾਂ ਦੀ ਤੁਸੀਂ ਗੱਲ ਕੀਤੀ, ਮੈਂ ਤੁਹਾਨੂੰ ਹੋਰ ਕਈ ਗਿਣਾ ਸਕਦਾ, ਲੋਪੋਂ ਹੈ, ਸੁਧਾਰ ਹੈ, ਉਹਨਾਂ ਦਿਨਾਂ 'ਚ ਕਾਲਜ ਖੋਲ੍ਹੇ ਗਏ ਜਦੋਂ ਉੱਥੇ ਕੋਈ ਕਦੀ ਐਜੂਕੇਸ਼ਨ ਦਾ ਨਾਂ ਨਹੀਂ ਲੈਂਦਾ ਸੀ, ਤੇ ਕੁੜੀਆਂ ਦੀ ਐਜੂਕੇਸ਼ਨ ਦਾ ਤਾਂ ਮਤਲਬ ਹੀ ਕੋਈ ਨਹੀਂ ਸੀ। ਹਾਂ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ, ਉਹਨਾਂ ਦੇ ਵੀ। ਠੀਕ ਹੈ, ਅੱਛਾ, ਹੁਣ ਅੱਜ ਵੀ ਜੇ ਤੁਸੀਂ ਲੋਪੋਂ ਜਾਓ ਜਾਂ ਅੱਜ ਵੀ ਇਹਨਾਂ ਇਲਾਕਿਆਂ 'ਚ ਜਾਓ, ਮਸਤੂਆਣਾ ਦੇ ਹੁਣ ਮੇਨ 'ਚ ਆ ਗਿਆ, ਲੇਕਿਨ ਉੱਥੇ ਅੱਜ ਵੀ ਤੁਹਾਨੂੰ ਲੱਗਦਾ ਵੀ ਤੁਸੀਂ ਬੜੇ ਰਿਮੋਟ ਏਰੀਆ 'ਚ ਆ ਰਹੇ ਹੋ।
ਇਹਨਾਂ ਲੋਕਾਂ ਨੇ ਜਿੱਦਣ ਕਾਲਜ ਖੋਲ੍ਹੇ ਸੀ, ਇਹਨਾਂ ਨੇ ਆਪਣੀ ਕਮਾਈ ਵਾਸਤੇ ਨਹੀਂ ਖੋਲ੍ਹੇ ਸੀ, ਬੱਚਿਆਂ ਨੂੰ ਐਜੂਕੇਟ ਕਰਨ ਲਈ ਖੋਲ੍ਹੇ ਸੀ, ਵਿਦਿਆ ਦਾ ਦਾਨ ਦਿੱਤਾ ਸੀ। ਜੀ। ਔਰ ਮੈਂ ਅਜੇ ਵੀ ਮੈਨੂੰ ਇਹ ਪਤਾ ਹੈਗਾ ਕਿ ਇਹ ਸਾਰੇ ਇੰਸਟੀਟਿਊਸ਼ਨ ਅਜੇ ਵੀ ਇਸ ਤਰ੍ਹਾਂ ਦੇ ਨੇ ਕਿ ਉਹ ਘਾਟਾ ਸਹਿ ਲੈਂਦੇ ਨੇ ਪਰ ਮਿਆਰ ਦੇ ਨਾਲ ਸਮਝੌਤਾ ਨਹੀਂ ਕਰਦੇ। ਹੁਣ ਜਿਸ ਵਿਵਸਥਾ ਨੂੰ ਅਸੀਂ ਬਦਲਣ ਜਾ ਰਹੇ ਹਾਂ, ਉਹ ਵਿਵਸਥਾ ਲੋਕਾਂ ਨੇ ਆਪਣੇ ਖੂਨ ਪਸੀਨੇ ਨਾਲ ਸਿੰਜੀ ਹੋਈ ਹੈ, ਤੇ ਖੂਨ ਪਸੀਨੇ ਨਾਲ ਸਿੰਜੀ ਹੋਈ ਵਿਵਸਥਾ ਨੂੰ ਜਦੋਂ ਤੁਸੀਂ ਢਾਓਗੇ, ਇੱਕ ਨਵੀਂ ਵਿਵਸਥਾ ਬਣਾਉਣ ਦੀ ਕੋਸ਼ਿਸ਼ ਕਰੋਗੇ, ਤਾਂ ਉਹ ਕੁਦਰਤੀ ਗੱਲ ਹੈ ਕਿ ਉਹਦੇ ਅਸਰ ਬੜੇ ਸੁਖਾਵੇਂ ਨਹੀਂ ਹੋਣਗੇ। ਇਹ ਲੋਕਾਂ ਨੂੰ ਕਿਤੇ ਨਾ ਕਿਤੇ ਮਨੋਂ ਤੋੜਨ ਵਾਲੀ ਗੱਲ ਹੋਏਗੀ। ਕਿਤੇ ਉਹਨਾਂ ਦੇ ਜਿਹੜੇ ਇਹ ਇੱਕ ਤਰ੍ਹਾਂ ਦੇ ਸੱਭਿਆਚਾਰਕ ਕੇਂਦਰ ਵੀ ਨੇ, ਮਾਣ ਸਮਝਿਆ ਜਾਂਦਾ ਸੀ। ਸਿੱਧਵਾਂ ਕਾਲਜ, ਲੋਪੋਕੇ ਵਰਗੇ ਕਾਲਜਾਂ ਵਿੱਚ ਪੜ੍ਹਨਾ ਮਾਣ ਸਮਝਿਆ ਜਾਂਦਾ ਸੀ, ਅਤੇ ਜਿਹੜੇ ਆਪਣੀਆਂ ਧੀਆਂ ਨੂੰ ਉੱਥੇ ਪੜ੍ਹਨ ਭੇਜਦੇ ਸੀ ਉਹ ਬਹੁਤ ਪ੍ਰਾਊਡ ਫੀਲ ਕਰਦੇ ਸੀ। ਅਤੇ ਨਾਲ ਹੀ ਮੈਂ ਇਹਦੇ ਸਵਾਲ ਇਹਨਾਂ ਦੇ ਨਾਲ ਹੀ ਜੁੜਦਾ ਮੈਂ ਇਹ ਰੱਖ ਦੇਣਾ ਚਾਹੁੰਦੀ ਹਾਂ ਕਿ ਨਾਲ ਹੀ 100 ਜਿਹੜੇ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦੇ ਦੇਣੀ ਆ ਇਹਨਾਂ ਨੇ ਆਪਣੇ ਕੈਂਪਸ ਇੱਥੇ ਖੋਲ੍ਹਣ ਦੀ, ਅਤੇ ਕੀ ਇਹ ਜ਼ਿਆਦਾ ਨਿੱਜੀਕਰਨ ਵੱਲ ਨਹੀਂ ਜਾ ਰਹੀ ਸਾਡੀ ਸਰਕਾਰ? ਹਾਂ, ਇਹਦੇ ਵਿੱਚ ਨਾ ਇੱਕ ਮੈਂ ਤੁਹਾਡੀ ਗੱਲ ਦਾ ਮੈਂ ਜਵਾਬ ਦੇਣਾ, ਲੇਕਿਨ ਮੈਂ ਪਹਿਲੇ ਨੁਕਤੇ ਨਾਲ ਜੋੜਨਾ ਚਾਹੁੰਦਾ ਸੀਗਾ ਕਿ ਇਹਨਾਂ ਕਾਲਜਾਂ ਨੂੰ ਬੰਦ ਕਰਨਾ ਔਰ ਨਵੇਂ ਤਰ੍ਹਾਂ ਦੇ ਉਸਾਰਨਾ, ਜਿਹਨੂੰ ਅਸੀਂ ਇਹ ਕਹਿ ਰਹੇ ਹਾਂ ਨਾ ਕਿ ਉਹਨਾਂ ਨੇ ਬੜੀ ਮਿਹਨਤ ਨਾਲ ਬਣਾਏ ਸੀ, ਨਵੀਂ ਸੋਚ ਦੇ ਮੁਤਾਬਕ ਜਿਹੜੇ ਇਹ ਲੋਕ ਉਹ ਕ੍ਰਿਟਿਸਾਈਜ਼ ਜੋ ਕਰ ਰਹੇ ਨੇ ਟੋਟਲ ਹਾਇਰ ਐਜੂਕੇਸ਼ਨ ਸਿਸਟਮ ਜਿਹੜਾ ਚੱਲ ਰਿਹਾ ਸੀ, ਉਹਨੂੰ ਇਹ ਬਿਲਕੁਲ ਡਿਸਕ੍ਰੈਡਿਟ ਕਰ ਰਹੇ ਨੇ ਕਿ ਉਹ ਇਹ ਕਹਿ ਰਹੇ ਨੇ ਕਿ ਵੀ ਇਹਦੇ ਨਾਲ ਨਾ ਨੌਕਰੀ ਮਿਲਦੀ ਹੈ, ਨਾ ਕੁਝ ਮਿਲਦਾ ਅਤੇ ਇਸ ਕਰਕੇ ਇਹ ਬੜੇ ਫਜ਼ੂਲ ਨੇ। ਐਨੀਵੇ, ਲੇਕਿਨ ਇਹ ਵੀ ਜੇ ਇਹ ਫਜ਼ੂਲ ਵੀ ਨੇ ਤਾਂ ਤੁਸੀਂ ਇਹਨੂੰ ਵਧੀਆ ਕਰ ਲਓ, ਲੇਕਿਨ ਤੁਸੀਂ ਲੋਕਾਂ ਦੀ ਮਿਹਨਤ ਦੇ ਉੱਪਰ ਤਾਂ ਸਵਾਲ ਨਾ ਉਠਾਓ। ਹੁਣ ਇਹਦੇ ਬਦਲੇ 'ਚ ਕੀ ਹੋਏਗਾ? ਤੁਸੀਂ ਫੋਰਨ ਯੂਨੀਵਰਸਿਟੀਆਂ ਦੀ ਗੱਲ ਕੀਤੀ। ਦੇਖੋ, ਇੱਕ ਮੈਂ ਤੁਹਾਨੂੰ ਇੱਥੇ ਫੋਰਨ ਯੂਨੀਵਰਸਿਟੀ ਦੇ ਬਾਰੇ ਇੱਕ ਗੱਲ ਦੱਸਦਾ ਕਿ ਇਹ ਅੱਜ ਨਵੀਂ ਗੱਲ ਨਹੀਂ ਸ਼ੁਰੂ ਹੋਈ। ਜਿੱਦਣ ਇਹ ਸ਼ਰਤਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਜਦੋਂ ਸਾਡੇ 'ਤੇ ਲਗਾਈਆਂ, ਅਸੀਂ WTO ਦਾ ਮੈਂਬਰ ਬਣੇ, 91 ਵਿੱਚ ਅਸੀਂ ਨਵੀਂ ਨਵ-ਉਦਾਰਵਾਦੀ ਨੀਤੀ ਨੂੰ ਅਪਣਾਇਆ, ਅਤੇ ਉਹਦੇ ਵਿੱਚ ਸਿੱਖਿਆ ਵੈਸੇ ਹੀ ਵਪਾਰ ਬਣ ਗਈ ਸੀ। ਉਹਦੇ ਵਿੱਚ 12 ਸਰਵਿਸਿਜ਼ ਸਨ ਜਿਨ੍ਹਾਂ ਨੂੰ ਤੈਅ ਕੀਤਾ ਗਿਆ ਕਿ ਇਹ 12 ਸਰਵਿਸਿਜ਼ ਨੇ ਜਿਨ੍ਹਾਂ ਦੇ ਉੱਪਰ ਵਪਾਰ ਕੀਤਾ ਜਾਏਗਾ ਅਤੇ ਉਹਦੇ ਵਪਾਰ ਦੇ ਨਿਯਮ ਬਣਾਏ ਜਾਣਗੇ, ਅਤੇ ਸਾਰੇ ਮੈਂਬਰ ਜਿਹੜੇ ਦੇਸ਼ ਨੇ ਉਹਨਾਂ ਨਿਯਮਾਂ ਨੂੰ ਪਾਲਣ ਦੇ ਲਈ ਵਚਨਬੱਧ ਹੋਣਗੇ। ਠੀਕ ਹੈ ਜੀ। ਅਤੇ ਉਹਨਾਂ 12 ਸਰਵਿਸਿਜ਼ ਦੇ ਵਿੱਚ ਐਜੂਕੇਸ਼ਨ ਵੀ ਇੱਕ ਸਰਵਿਸ ਸੀ, ਅਤੇ ਇਹਦਾ ਮਤਲਬ ਵੀ ਪਹਿਲੀ ਦੀ ਗੱਲ ਹੈ ਵੀ ਉੱਥੇ ਸਾਡਾ ਜਿਹੜਾ ਸੱਭਿਆਚਾਰਕ ਵਿਸ਼ਵਾਸ ਸੀ ਕਿ ਵਿੱਦਿਆ ਦਾਨ ਲਈ ਹੁੰਦੀ ਹੈ ਅਤੇ ਵਿੱਦਿਆ ਵਪਾਰ ਲਈ ਨਹੀਂ ਹੁੰਦੀ, ਐਕਚੁਅਲੀ ਅਸੀਂ ਉਸ ਦਿਨ ਉਹ ਤੋੜ ਚੁੱਕੇ ਸੀ। ਇਹ ਤਾਂ ਫਿਰ ਸਿੱਧਾ ਰਾਈਟ ਟੂ ਐਜੂਕੇਸ਼ਨ ਹੈ ਜਿਹੜਾ ਸਾਡਾ ਸੰਵਿਧਾਨ ਸਾਨੂੰ ਦਿੰਦਾ, ਰਾਈਟ ਟੂ ਐਜੂਕੇਸ਼ਨ, ਇਹ ਸਿੱਧੀ ਉਹਦੀ ਅਵਗਿਆ ਆ। ਉਹ ਵੀ ਹੈ। ਅੱਛਾ, ਹੁਣ ਕੀ ਹੋਇਆ ਕਿ ਉਹਦੇ ਨਾਲ ਜਦੋਂ ਵਪਾਰ ਬਣ ਗਿਆ ਅਤੇ ਵਪਾਰ ਦੇ ਵਿੱਚ ਉਹਨਾਂ ਨੇ 4 ਤਰੀਕੇ ਅਪਣਾਏ, ਦੱਸੇ ਕਿ ਤੁਸੀਂ ਸਟੂਡੈਂਟ ਬਾਹਰ ਪੜ੍ਹਨ ਜਾ ਸਕਦੇ ਨੇ, ਠੀਕ ਹੈ ਜੀ, ਬਾਹਰੋਂ ਟੀਚਰ ਆ ਕੇ ਪੜ੍ਹਾਉਣ ਲਈ ਆ ਸਕਦੇ ਨੇ, ਤੁਸੀਂ ਆਪਣੀ ਕੰਟਰੀ 'ਚ ਬਹਿ ਕੇ ਕੋਰਸਪੋਂਡੈਂਸ ਕੋਰਸਿਸ ਔਨਲਾਈਨ ਚਲਾ ਸਕਦੇ ਹੋ, ਟੀਚਰ ਬੈਠ ਕੇ ਪੜ੍ਹਾ ਸਕਦਾ ਹੈ ਅਤੇ ਆਪਣੇ ਕੈਂਪਸ ਵੀ ਖੋਲ੍ਹ ਸਕਦਾ ਹੈ। ਸੋ ਇਹ ਜਿਹੜੀ ਵਿਦੇਸ਼ੀ ਯੂਨੀਵਰਸਿਟੀਆਂ ਨੂੰ ਬੁਲਾਉਣ ਵਾਲੀ ਗੱਲ ਹੈ, ਦੇਖੋ ਇਹ ਤਾਂ 91 ਤੋਂ ਬਾਅਦ ਜਿਹੜਾ ਵੀ ਗੌਰਮੈਂਟ ਆਈ ਹੈ ਨਾ, ਉਹਦੇ ਮਨ 'ਚ ਇਹ ਸੀ ਵੀ ਅਸੀਂ ਬੁਲਾ ਲਈਏ, ਅਸੀਂ ਕਰ ਲਈਏ, ਲੇਕਿਨ ਉਹਦਾ ਕਾਫੀ ਵਿਰੋਧ ਵੀ ਹੁੰਦਾ ਰਿਹਾ। ਬਲਕਿ UPA ਗੌਰਮੈਂਟ ਨੇ ਇੱਕ ਵਾਰ ਇਹ ਬਿੱਲ ਵੀ ਲੈ ਕੇ ਆਂਦਾ ਸੀਗਾ, ਲੇਕਿਨ ਉਹ ਸਾਰੇ ਬਿੱਲ ਜਿਹੜੇ ਨੇ ਉਹ ਨਹੀਂ ਪਾਸ ਹੋ ਸਕੇ ਸੀ। ਹੁਣ ਜਦੋਂ ਫੋਰਨ ਯੂਨੀਵਰਸਿਟੀਜ਼ ਵੀ ਇੱਥੇ ਆਉਣਗੀਆਂ, ਉਹ ਇਹ ਕਹਿੰਦੇ ਨੇ ਕਿ ਅਸੀਂ ਹਾਇਰ ਐਜੂਕੇਸ਼ਨ ਦਾ ਅੰਤਰਰਾਸ਼ਟਰੀਕਰਨ ਕਰ ਰਹੇ ਹਾਂ। ਅੰਤਰਰਾਸ਼ਟਰੀਕਰਨ ਦਾ ਮਤਲਬ ਇਹ ਹੁੰਦਾ ਕਿ ਅਸੀਂ ਖੂਹ ਦੇ ਡੱਡੂ ਨਹੀਂ ਹਾਂ, ਅਸੀਂ ਬਾਕੀਆਂ ਦੇ ਨਾਲ ਸੰਪਰਕ ਵਿੱਚ ਹਾਂ। ਦੇਖਣਾ ਇਹ ਹੋਏਗਾ ਕਿ ਕਿਹੜੀਆਂ ਯੂਨੀਵਰਸਿਟੀਆਂ ਇੱਥੇ ਆਉਣਗੀਆਂ ਜਿਨ੍ਹਾਂ ਦਾ ਉੱਥੇ ਬਿਜ਼ਨਸ ਠੱਪ ਹੋ ਚੁੱਕਾ ਹੈ ਅਤੇ ਉਹਨਾਂ ਨੂੰ ਇੱਥੇ ਮੰਡੀ ਮਿਲੇਗੀ ਬੱਚਿਆਂ ਦੀ, ਕਿ ਆਕਸਫੋਰਡ ਅਤੇ ਹਾਰਵਰਡ ਆਉਣਗੀਆਂ। ਜਿਹਦੇ ਆਕਸਫੋਰਡ ਆਉਂਦੀ ਹੈ, ਪ੍ਰਿੰਸਟਨ ਆਉਂਦੀ ਹੈ, ਹਾਰਵਰਡ ਆਉਂਦੀ ਹੈ, ਬਹੁਤ ਚੰਗੀਆਂ ਯੂਨੀਵਰਸਿਟੀਆਂ ਆਉਂਦੀਆਂ ਨੇ, ਫਿਰ ਤਾਂ ਅਸੀਂ ਸੋਚੀਏ ਵੀ ਠੀਕ ਹੈ। ਅਤੇ ਜਿਨ੍ਹਾਂ ਦਾ ਉੱਥੇ ਸਿਤਾਰਾ ਡੁੱਬ ਚੁੱਕਾ ਹੈ,
ਤੇ ਜੇ ਉਹ ਯੂਨੀਵਰਸਿਟੀਆਂ ਇੱਥੇ ਆਉਣੀਆਂ ਨੇ, ਇਹ ਤਾਂ ਫਿਰ ਉਸ ਤਰ੍ਹਾਂ ਹੀ ਹੈ ਕਿ ਜਿਹੜਾ ਉੱਥੋਂ ਦਾ ਜੰਕ ਹੈ ਉੱਥੇ, ਕਿਉਂਕਿ ਹੁਣ ਉਹ ਖਤਮ ਹੋ ਚੁੱਕਾ ਤੇ ਇੱਥੇ ਚੱਲ ਪਏ। ਬਾਕੀ ਸਾਡੀ ਜਿਹੜੀ ਇਹ ਮਾਨਸਿਕਤਾ ਹੈ, ਇੱਕ ਬੰਨੇ ਤਾਂ ਅਸੀਂ ਕਹਿੰਦੇ ਹਾਂ ਅਸੀਂ ਆਤਮ ਨਿਰਭਰ ਬਣਨਾ, ਇਹੀ ਗਵਰਨਮੈਂਟ ਕਹਿੰਦੀ ਹੈ। ਇੱਕ ਬੰਨੇ ਇਹ ਕਹਿੰਦੇ ਵੀ ਅਸੀਂ ਵਿਸ਼ਵ ਗੁਰੂ ਬਣਨਾ, ਇੱਕ ਬੰਨੇ ਇਹ ਕਹਿੰਦੇ ਨੇ ਕਿ ਵੀ ਸਾਡੇ ਤੇ ਨਾਲ ਦਾ ਹੀ ਕੋਈ ਨਹੀਂ, ਤੇ ਫਿਰ ਦੂਜੇ ਬੰਨੇ ਉਹ ਇਹ ਕਹਿੰਦੇ ਨੇ ਵੀ ਜੇ ਉਹ ਨਾ ਆਉਣ ਤੇ ਸਾਡੀ ਐਜੂਕੇਸ਼ਨ ਨਹੀਂ ਸੁਧਰਦੀ। ਇਹ ਦੋਨੋਂ ਗੱਲਾਂ ਕੰਟਰਡਿਕਟਰੀ ਨੇ। ਇਹਦੇ ਅਸਰ ਕੀ ਹੋਣਗੇ? ਦੇਖੋ, ਇਹਦੇ ਅਸਰ ਇਹ ਹੋਣਗੇ, ਮੈਂ ਇੰਪਲੋਇਮੈਂਟ ਵੱਲ ਨਹੀਂ ਜਾਂਦਾ, ਮੈਂ ਕੁਛ ਨਹੀਂ ਜਾਂਦਾ, ਇਹਦਾ ਸਿੱਧਾ ਇੱਕ ਅਸਰ ਇਹ ਹੋਏਗਾ ਕਿ ਸਾਡੀ ਸਿੱਖਿਆ ਮਹਿੰਗੀ ਹੋ ਜਾਏਗੀ। ਜਿਹੜੇ ਬੱਚੇ ਹੁਣ ਇਹਦੇ ਨਾਲ ਇਹਨੂੰ ਇੰਟਰਨੈਸ਼ਨਲਾਈਜੇਸ਼ਨ ਨੂੰ ਤੇ ਪ੍ਰਾਈਵੇਟ ਯੂਨੀਵਰਸਿਟੀਆਂ, ਬਾਹਰਲੀਆਂ ਯੂਨੀਵਰਸਿਟੀਆਂ ਦੇ ਆਉਣ ਨੂੰ ਆਪਾਂ ਇਕੱਲਾ ਨਹੀਂ ਦੇਖਣਾ। ਅਸੀਂ ਇਹ ਦੇਖਣਾ ਹੈ ਕਿ ਅਸੀਂ ਪਿਛਲੇ 10-12 ਸਾਲ 15 ਸਾਲ ਦੇ ਵਿੱਚ ਆਪਣੇ ਹਿੰਦੁਸਤਾਨ, ਆਪਣੇ ਦੇਸ਼ ਦੇ ਵਿੱਚ ਅਸੀਂ ਕੀ ਕੀਤਾ। ਇਸ ਵੇਲੇ 78% ਜਿਹੜੇ ਕਾਲਜਸ ਔਰ ਯੂਨੀਵਰਸਿਟੀਆਂ ਨੇ ਹਿੰਦੁਸਤਾਨ 'ਚ, ਉਹ ਪ੍ਰਾਈਵੇਟ ਸੈਕਟਰ ਵਿੱਚ ਨੇ। 78%। ਔਰ ਇਹ ਜਿਹੜਾ ਡਾਟਾ ਹੈ, ਇਹ ਗਵਰਨਮੈਂਟ ਆਫ ਇੰਡੀਆ ਦਾ ਆਲ ਇੰਡੀਆ ਹਾਇਰ ਐਜੂਕੇਸ਼ਨ ਸਰਵੇ 18-19 ਦਾ ਡਾਟਾ ਹੈ। ਸਿੱਖਿਆ ਆਮ ਲੋਕਾਂ ਦੇ ਪਹੁੰਚ ਵਿੱਚੋਂ ਤਾਂ ਪਹਿਲਾਂ ਹੀ ਦੂਰ ਹੁੰਦੀ ਜਾ ਰਹੀ ਹੈ, ਅਤੇ 90ਵਿਆਂ ਵਿੱਚ ਜਿਹੜੀਆਂ ਇਹ ਉਦਾਰਵਾਦੀ, ਨਵ ਉਦਾਰਵਾਦੀ ਜਿਹੜੀਆਂ ਵੀ ਨੀਤੀਆਂ ਸਾਰੀਆਂ ਹੀ ਸਰਕਾਰਾਂ ਲਿਆਉਂਦੀਆਂ ਰਹੀਆਂ ਨੇ, ਅਤੇ ਹੁਣ ਇਹ ਸਰਕਾਰ ਵੀ ਉਹੋ ਹੀ ਕੁਛ ਅੱਗੇ ਲੈ ਕੇ ਚੱਲ ਰਹੀ ਹੈ, ਪਰ ਇਹ ਹੋਰ ਜ਼ੋਰ ਸ਼ੋਰ ਨਾਲ। ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕੀ ਇਸ ਪੋਲੀਟੀਕਲ ਰਜੀਮ ਜੋ ਵਰਤਮਾਨ ਹੈ, ਸਾਡਾ ਸਿਆਸੀ ਤੰਤਰ ਹੈ, ਕੀ ਇਹ ਕੁਛ ਜ਼ਿਆਦਾ ਨਿੱਜੀਕਰਨ ਵੱਲ ਅਤੇ ਤਕਨੀਕ ਹੈ ਜਿਹੜੀ ਟੈਕਨੋਲੋਜੀ ਦੀ ਵਰਤੋਂ ਆਪਣਾ ਪੋਲੀਟੀਕਲ ਏਜੰਡਾ ਸੈੱਟ ਕਰਨ ਲਈ ਜ਼ਿਆਦਾ ਨਹੀਂ ਵਰਤ ਰਿਹਾ? ਅਤੇ ਇਹਦੇ ਨਾਲ ਕੀ ਹੋਰ, ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ 'ਚ ਰਾਜਾਂ ਦੇ ਹੱਕਾਂ 'ਤੇ ਛਾਪਾ ਮਾਰਿਆ ਸਰਕਾਰ ਨੇ, ਕਈ ਆਰਡੀਨੈਂਸ ਲਿਆਂਦੇ ਨੇ ਖਾਸ ਕਰਕੇ ਖੇਤੀ ਲਈ, ਈਵਨ ਬਿਜਲੀ ਲਈ, ਹੈ ਨਾ, ਬਿਜਲੀ ਰਾਜਾਂ ਦੀ ਸੂਚੀ 'ਚ ਸ਼ਾਮਲ ਹੈ। ਅਤੇ ਕੀ ਹੁਣ ਇਹ ਸਿੱਖਿਆ ਰਾਹੀਂ ਵੀ ਰਾਜਾਂ ਦੇ ਹੱਕਾਂ 'ਤੇ ਛਾਪਾ ਮਾਰਿਆ, ਫੈਡਰਲਿਜ਼ਮ ਦਾ ਘਾਣ ਹੋ ਰਿਹਾ? ਬਿਲਕੁਲ। ਉਹਦੇ ਵਿੱਚ ਜਿਹੜੇ ਗਵਰਨੈਂਸ ਦੇ ਇਸ਼ੂ 'ਤੇ ਤੁਸੀਂ ਗੱਲ ਕਰ ਰਹੇ ਹੋ, ਗਵਰਨੈਂਸ ਦੇ ਵਿੱਚ ਕੇਂਦਰੀਕਰਨ ਹੋਏਗਾ ਬਹੁਤ ਜ਼ਬਰਦਸਤ। ਅੱਗੇ ਪੰਜਾਬ, ਅੱਗੇ ਜਿਹੜੀ ਸੂਬਾ ਸਰਕਾਰ ਹੈ, ਉਹ ਆਪਣੀ ਮਰਜ਼ੀ ਨਾਲ ਯੂਨੀਵਰਸਿਟੀ ਖੋਲ੍ਹ ਸਕਦੀ ਸੀਗੀ, ਐਕਟ ਪਾਸ ਕਰੇਗੀ, ਯੂਨੀਵਰਸਿਟੀ ਖੋਲ੍ਹੇਗੀ। ਹੁਣ ਜੇ ਕੋਈ ਕਾਲਜ ਖੁੱਲ੍ਹਣਾ ਹੈ, ਯੂਨੀਵਰਸਿਟੀ ਖੁੱਲ੍ਹਣੀ ਹੈ, ਉਹਦੀ ਅਕ੍ਰੈਡੀਟੇਸ਼ਨ, ਉਹਦੇ ਸਟੈਂਡਰਡਸ, ਉਹਦਾ ਸਾਰਾ ਕੁਝ ਨੈਸ਼ਨਲ ਲੈਵਲ 'ਤੇ ਇੱਕ ਏਜੰਸੀ ਹੋਏਗੀ ਜਿਹੜੀ ਉਹਨੂੰ ਸਟੈਂਡਰਡਸ ਨੂੰ ਅਪਰੂਵ ਕਰੇਗੀ ਅਤੇ ਫਿਰ ਖੁੱਲ੍ਹ ਸਕੇਗਾ। ਇੱਕ ਤਾਂ ਇਹ ਹੈ, ਕੇਂਦਰੀਕਰਨ ਕਾਫੀ ਹੋ ਗਿਆ। ਜਿਹੜੀ ਰਾਸ਼ਟਰੀ ਸਿੱਖਿਆ ਆਯੋਗ, ਨੈਸ਼ਨਲ ਐਜੂਕੇਸ਼ਨ ਕਮਿਸ਼ਨ, ਹੁਣ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ, ਮੈਨੂੰ ਨਹੀਂ ਪਤਾ ਕਿ ਨਵੇਂ ਡਾਕੂਮੈਂਟ ਵਿੱਚ ਉਹ ਹੈ ਕਿ ਨਹੀਂ ਹੈ, ਠੀਕ ਹੈ, ਲੇਕਿਨ ਜਿਹੜਾ ਡਰਾਫਟ ਹੈ ਉਹਦੇ ਵਿੱਚ ਇਹ ਹੈਗਾ ਕਿ ਇੱਕ ਹਾਇਰ ਐਜੂਕੇਸ਼ਨ ਕੌਂਸਲ ਬਣੇਗੀ, ਜਿਹੜਾ ਇੱਕ ਰੈਗੂਲੇਟਰ ਹੋਏਗਾ ਹਾਇਰ ਐਜੂਕੇਸ਼ਨ ਦਾ। ਔਰ ਇਹ ਪ੍ਰੋਫੈਸਰ ਯਸ਼ਪਾਲ ਨੇ ਵੀ ਆਪਣੇ ਸੁਜੈਸ਼ਨ ਦਿੱਤਾ ਸੀਗਾ ਕਿ 13 ਕਿਸਮ ਦੀਆਂ ਬੋਡੀਜ਼ ਨੇ, AICT, ਜੋ ਫਿਜ਼ਿਕਸ ਵਾਲੇ ਪ੍ਰੋਫੈਸਰ ਯਸ਼ਪਾਲ, ਜੀ ਪ੍ਰੋਫੈਸਰ ਯਸ਼ਪਾਲ, ਕਿ ਉਹਨਾਂ ਨੇ ਇੱਕ ਰਿਪੋਰਟ 2009 'ਚ ਦਿੱਤੀ ਸੀ ਹਾਇਰ ਐਜੂਕੇਸ਼ਨ 'ਤੇ, ਅਤੇ ਉਹਨਾਂ ਨੇ ਇਹ ਕਿਹਾ ਸੀ ਵੀ ਇਹਨਾਂ ਨੂੰ ਬੰਦ ਕਰੋ ਇਹ ਸਾਰੀਆਂ ਨੂੰ, ਅਤੇ ਇਹਦੀ ਜਗ੍ਹਾ 'ਤੇ ਇੱਕ ਏਜੰਸੀ ਬਣਾਓ। ਉਦੋਂ ਤਾਂ ਬਣ ਨਹੀਂ ਸਕੀ, UPA ਨੇ ਸ਼ੁਰੂ ਕੀਤਾ ਲੇਕਿਨ ਆਪੋਜੀਸ਼ਨ ਨੇ ਨਹੀਂ ਬਣਨ ਦਿੱਤਾ। ਹੁਣ ਉਹੀ ਜਿਹੜਾ ਉਹ ਬਣਾ ਰਹੇ ਨੇ, ਅਤੇ ਉਹਦੇ ਵਿੱਚ ਇਹ ਹੈ ਕਿ ਵੀ ਉਹਦੇ ਵਿੱਚ ਮੈਡੀਕਲ ਸਿੱਖਿਆ ਅਤੇ ਲੀਗਲ ਸਿੱਖਿਆ, ਇਹ ਉਹਦੇ ਦਾਇਰੇ 'ਚ ਨਹੀਂ ਹੈ, ਇਹ ਬਾਹਰ ਨੇ। ਕਿਉਂਕਿ ਮੈਡੀਕਲ ਸਿੱਖਿਆ ਅਤੇ ਲੀਗਲ ਸਿੱਖਿਆ ਨੇ ਕਿਹਾ ਸੀ ਵੀ ਅਸੀਂ ਸਿਰਫ ਹਾਇਰ ਐਜੂਕੇਸ਼ਨ 'ਚ ਨਹੀਂ ਆਉਂਦੇ, ਸਾਡਾ ਮਿਨਿਸਟਰੀ ਆਫ ਲਾਅ ਅਤੇ ਮਿਨਿਸਟਰੀ ਆਫ ਹੈਲਥ, ਉਹਦੇ ਨਾਲ ਵੀ ਜੁੜੇ ਹੋਏ ਮਸਲੇ ਹੁੰਦੇ ਨੇ, ਅਤੇ ਇਸ ਕਰਕੇ ਉਹਨਾਂ ਨੂੰ ਇਹਦੇ ਵਿੱਚ ਨਹੀਂ ਆ ਰਹੇ। ਇੱਕ ਤਾਂ ਇਹ ਜਿਹੜੇ ਉਹ ਰੈਗੂਲੇਟਰੀ ਏਜੰਸੀ ਦਾ ਜਿਹੜਾ ਇੱਕ ਸੈਂਟਰਲਾਈਜੇਸ਼ਨ ਹੋ ਗਈ, ਉਹ ਅੱਛੀ ਗੱਲ ਸੀ, ਚਲੋ, ਕਿ ਵੀ ਬਾਰ-ਬਾਰ ਹਰ ਜਗ੍ਹਾ ਹਰ ਕੋਈ ਚੌਧਰੀ ਬਣਿਆ ਫਿਰਦਾ ਸੀ, ਉਹਦੀ ਜਗ੍ਹਾ ਇੱਕ ਚੌਧਰੀ ਹੋਏਗਾ, ਉਹ ਚੰਗੀ ਗੱਲ ਸੀਗੀ। ਲੇਕਿਨ ਰਾਸ਼ਟਰੀ ਸਿੱਖਿਆ ਆਯੋਗ ਬਣੇਗਾ, ਜਦ ਸਟੇਟਾਂ 'ਚ ਵੀ ਬਣਨਗੇ ਰਾਜ ਸਿੱਖਿਆ ਆਯੋਗ, ਅਤੇ ਉੱਥੇ ਬਣੇਗਾ ਨੈਸ਼ਨਲ ਸਿੱਖਿਆ ਆਯੋਗ। ਹੁਣ ਡਰਾਫਟ ਵਿੱਚ ਇਹ ਲਿਖਿਆ ਹੋਇਆ ਕਿ ਉਹਦਾ ਜਿਹੜਾ ਚੇਅਰਮੈਨ ਉਹ ਪ੍ਰਧਾਨ ਮੰਤਰੀ ਹੋਏਗਾ। ਉਹ ਕੇਂਦਰੀਕਰਨ ਹੋ ਗਿਆ ਤਾਂ, ਹੈ ਨਾ। ਅੱਛਾ, ਹੁਣ ਮਤਲਬ ਹੁਣ ਪਤਾ ਨਹੀਂ ਮੈਨੂੰ ਕਿ ਜਿਹੜਾ ਕੈਬਨਿਟ ਨੇ ਜੋ ਅਪਰੂਵ ਕੀਤਾ ਉਹਦੇ ਵਿੱਚ ਉਹ ਰਾਸ਼ਟਰੀ ਆਯੋਗ ਬਣਨਾ ਕਿ ਨਹੀਂ ਬਣਨਾ, ਪ੍ਰਧਾਨ ਮੰਤਰੀ ਜੀ ਨੇ ਉਹਦੇ ਮੁਖੀ ਬਣਨਾ ਕਿ ਮਿਨਿਸਟਰ ਨੇ ਬਣਨਾ ਕਿ ਕੀ ਬਣਨਾ, ਇਹ ਤਾਂ ਨਹੀਂ ਪਤਾ। ਲੇਕਿਨ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਇਹ
ਕੇਂਦਰੀਕਰਨ ਦੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਸਟੇਟਾਂ ਕੋਲ ਬਹੁਤ ਘੱਟ ਅਧਿਕਾਰ ਰਹਿ ਜਾਣਗੇ ਕਿ ਉਹ ਇਹਨੂੰ ਇੰਟਰਵੀਨ ਕਰ ਸਕਣ। ਤੇ ਜਿਹੜਾ ਇਹ ਪਾਠਕ੍ਰਮ ਦੀ ਗੱਲ ਚੱਲ ਰਹੀ ਹੈ ਕਿ ਉਹ ਕਿਹੜੇ ਕੋਰਸ ਕਾਲਜ ਲਾਉਣਗੇ, ਕਾਲਜ ਜਾਂ ਯੂਨੀਵਰਸਿਟੀ ਆਪਣੀਆਂ ਉਹਨਾਂ ਦੀਆਂ ਮੈਨੇਜਮੈਂਟਸ ਹੋਣਗੀਆਂ ਤੇ ਆਪਣੀ ਮਰਜ਼ੀ ਦੇ ਉਹਨਾਂ ਦੇ ਕੋਰਸ ਹੋਣਗੇ, ਉਹ ਤਾਂ ਫਿਰ ਇਹੀ ਹੋਏਗਾ ਕਿ ਜਿਵੇਂ ਹੁਣ CBSE ਵੱਲੋਂ ਇਹ COVID-19 ਕਰਕੇ ਸਿਲੇਬਸ ਘਟਾਇਆ ਗਿਆ ਤੇ ਉਹ ਮਿੱਥ ਕੇ ਇੱਕ ਖਾਸ ਸੁਭਾਅ ਵਾਲਾ, ਇੱਕ ਖਾਸ ਜਾਣਕਾਰੀ ਦੇਣ ਵਾਲੇ ਸਿਲੇਬਸ ਕੱਟ ਕੀਤੇ ਗਏ ਨੇ, ਜੋ ਸੈਕੂਲਰਿਜ਼ਮ ਵੱਲ, ਜਿੱਥੇ ਰਾਸ਼ਟਰਵਾਦ ਵਰਗੇ ਅਸਲ ਵਿੱਚ ਰਾਸ਼ਟਰਵਾਦ ਕੀ ਹੈ, ਇਹੋ ਜਿਹੀਆਂ ਚੀਜ਼ਾਂ ਨੂੰ ਬਿਆਨ ਕਰਦੇ ਜਿਹੜੇ ਪਾਠਕ੍ਰਮ ਨੇ ਉਹ ਘਟਾ ਦਿੱਤੇ ਗਏ ਨੇ। ਕਿ ਇਹ ਸਿਲੇਬਸ ਵੀ ਫਿਰ ਇਸ ਤਰ੍ਹਾਂ ਦਾ ਹੋਏਗਾ, ਮਨਮਰਜ਼ੀ ਵਾਲੀ ਕਿਸਮ ਦਾ ਹੋਏਗਾ? ਇਹਨਾਂ ਦੀ ਸੋਚ ਇਹ ਹੈ ਕਿ ਵੀ ਪੜ੍ਹਨਾ ਲਿਖਣਾ ਸਿਰਫ ਜੌਬ ਲਈ ਹੁੰਦਾ। ਹਾਂ, ਆਪਣਾ ਏਜੰਡਾ, ਇਹ ਸਿਆਸੀ ਏਜੰਡਾ ਥੋਪਿਆ ਜਾਏਗਾ। ਉਹ ਤਾਂ ਹੈ ਹੀ ਹੈ। ਤੇ ਦੂਜਾ ਇਹ ਵੀ ਪੜ੍ਹਨਾ ਲਿਖਣਾ ਜੌਬ ਲਈ ਹੁੰਦਾ, ਬਾਕੀ ਇਹੋ ਜਿਹੀਆਂ ਗੱਲਾਂ ਸੋਚਣੀਆਂ ਸੱਚਣੀਆਂ ਨਹੀਂ ਚਾਹੀਦੀਆਂ। ਡਰਾਫਟ ਵਿੱਚ ਲਿਖਦੇ ਹਾਂ ਕਿ ਆਪਾਂ ਕ੍ਰਿਟੀਕਲ ਥਿੰਕਿੰਗ ਪੈਦਾ ਕਰਨੀ ਹੈ, ਸਾਇੰਟੀਫਿਕ ਟੈਂਪਰ ਪੈਦਾ ਕਰਨਾ ਹੈ, ਲੇਕਿਨ ਉਹ ਕੁਝ ਕਹਿਣ ਲਈ ਗੱਲਾਂ ਹੁੰਦੀਆਂ ਨੇ, ਉਹ ਰੱਖੀਆਂ ਹੋਈਆਂ ਨੇ। ਕਿ ਇਸੇ ਤਰ੍ਹਾਂ ਜਦੋਂ ਹੁਣ ਸਾਡੇ ਕੋਲ ਉਹਦਾ ਡਰਾਫਟ ਹੀ ਨਹੀਂ ਆਇਆ, ਸਿੱਖਿਆ ਨੀਤੀ ਰਿਲੀਜ਼ ਕਰ ਦਿੱਤੀ ਗਈ ਹੈ ਤੇ ਉਹਦਾ ਡਰਾਫਟ ਹੈ ਨਹੀਂ ਕਿ ਇਹ, ਅੱਛਾ 2-3 ਡਰਾਫਟ ਤੁਰੇ ਵੀ ਫਿਰਦੇ ਨੇ, ਕੋਈ ਕਿੰਨੇ ਸਫ਼ਿਆਂ ਦਾ, ਕੋਈ ਕਿੰਨੇ ਸਫ਼ਿਆਂ ਦਾ, ਇਹ ਚਰਚਾ ਵਿੱਚ ਹੈ ਕਿ ਇਹ ਜਾਣਬੁੱਝ ਕੇ ਪਸੂੜੀ ਪਾਉਣ ਲਈ ਜਾਂ ਭੰਬਲ ਭੂਸਾ ਪਾਉਣ ਲਈ ਕੀਤਾ ਜਾ ਰਿਹਾ? ਤੁਹਾਨੂੰ ਲੱਗਦਾ? ਮੈਨੂੰ ਨਹੀਂ ਲੱਗਦਾ ਕਿ ਗਵਰਨਮੈਂਟ ਨੂੰ ਇੰਨੀ ਕੋਈ ਲੋੜ ਹੈ ਭੰਬਲ ਭੂਸਾ ਪਾਉਣ ਦੀ, ਕਿਉਂਕਿ ਕੋਈ ਐਡੀ ਕੋਈ ਪ੍ਰਵਾਹ ਨਹੀਂ ਕਰਦੀ। ਗਵਰਨਮੈਂਟ ਤਾਂ ਗਵਰਨਮੈਂਟ ਹੈ, ਬੇਸ਼ੱਕ ਗਵਰਨਮੈਂਟ ਹੈ, ਪਰ ਲੋਕਾਂ ਦਾ ਵਿਰੋਧ, ਪਰ ਨਾਲ ਹੀ ਤੁਸੀਂ ਇੱਕ ਐਕਚੁਅਲੀ ਦੇਖੋ, ਉਹਨਾਂ ਨੂੰ ਕੋਈ ਪ੍ਰਵਾਹ ਨਹੀਂ। ਰੌਲਾ ਤਾਂ 1 ਸਾਲ ਤੋਂ ਪੈ ਰਿਹਾ ਤੇ ਉਹ ਕੋਈ ਐਡੀ ਕੋਈ ਇਹਨਾਂ ਨੂੰ ਮਸਲਾ ਨਹੀਂ ਹੈਗਾ। ਉਹ ਤਾਂ ਹੈ ਵੀ ਹੁਣ ਕਿਉਂ ਨਹੀਂ ਆਈ, ਉਹ ਆ ਜਾਊਗੀ 4 ਦਿਨ ਬਾਅਦ ਆ ਜਾਊਗੀ। ਇਹ ਫਾਈਨਰ ਡਿਟੇਲਸ ਨੇ, ਇਹ ਕੁਝ ਪ੍ਰੋਸੀਜਰਸ ਹੁੰਦੇ ਨੇ, ਇਹ ਕੁਝ ਸੈਂਕਟਿਟੀਜ਼ ਹੁੰਦੀਆਂ ਨੇ ਕੁਝ ਚੀਜ਼ਾਂ ਦੀਆਂ, ਸਿਰਫ ਇੰਨੀ ਗੱਲ ਹੈ, ਮਰਿਆਦਾ ਹੁੰਦੀ ਹੈ। ਅੱਛਾ, ਹੁਣ ਜਿਹੜਾ ਕੋਰਸ ਦਾ ਤੁਸੀਂ ਗੱਲ ਕਹੀ ਹੈ ਕਿ ਹੁਣ ਗਵਰਨਿੰਗ ਬਾਡੀ ਹੋਏਗੀ, ਚਾਹੇ ਉਹ ਗਵਰਨਮੈਂਟ ਹੈ ਇੰਸਟੀਟਿਊਸ਼ਨ, ਇੱਕ ਨਵੀਂ ਗੱਲ ਹੈ, ਚਾਹੇ ਉਹ ਪ੍ਰਾਈਵੇਟ ਹੈ, ਹਰ ਇੱਕ ਦੀ ਗਵਰਨਿੰਗ ਬਾਡੀ ਹੋਏਗੀ। ਮਤਲਬ ਇੱਕ ਕਿਸਮ ਦਾ ਸੈਮੀ ਗਵਰਨਮੈਂਟ ਹੋ ਗਿਆ ਨਾ, ਹਰ ਇੱਕ ਦੀ ਗਵਰਨਿੰਗ ਬਾਡੀ ਆਪਣੇ ਆਪ ਵਿੱਚ ਆਟੋਨੋਮਸ ਇੰਡੀਪੈਂਡੈਂਟ ਹੋਏਗੀ। ਹੁਣ ਇਹ ਸੁਣਨ ਵਿੱਚ ਤੇ ਬਹੁਤ ਆਕਰਸ਼ਕ ਗੱਲ ਲੱਗਦੀ ਹੈ ਕਿ ਯਾਰ ਆਟੋਨੋਮੀ ਹੋਏਗੀ, ਉਹ ਜੋ ਵੀ ਪੜ੍ਹਨਾ ਪੜ੍ਹਾਉਣਗੇ, ਜੋ ਵੀ ਕਰਨਾ ਕਰਾਉਣਗੇ। ਹੁਣ ਉਹਨਾਂ ਦੇ ਮੈਂਬਰ ਕੌਣ ਹੋਣਗੇ ਔਰ ਇਹ ਸਾਰਾ ਕੁਝ ਹੋਏਗਾ, ਉਹ ਉਹਨਾਂ ਨੂੰ ਪੈਸਾ ਕੌਣ ਦੇਵੇਗਾ? ਗਵਰਨਮੈਂਟ ਦਾ ਜਿਹੜਾ ਫੰਡਿੰਗ ਹੈ ਉਹ ਬਹੁਤ ਜ਼ਿਆਦਾ ਨਹੀਂ ਹੋਏਗੀ, ਉਹ ਆਪਣੇ ਸਾਧਨਾਂ ਤੋਂ ਕਰਨਗੇ। ਉਹ ਗਵਰਨਿੰਗ ਬਾਡੀ ਡਿਸਾਈਡ ਕਰੇਗੀ ਵੀ ਅਸੀਂ ਸਿਲੇਬਸ ਕਿਹੜਾ ਪੜ੍ਹਾਉਣਾ, ਉਹ ਕਰੇਗੀ ਵੀ ਆਪਾਂ ਟੀਚਰ ਕਿਹੜਾ ਰੱਖਣਾ, ਕਿਹੜਾ ਨਹੀਂ ਰੱਖਣਾ, ਉਹਨੂੰ ਸੈਲਰੀ ਕਿੰਨੀ ਦੇਣੀ, ਕਿੰਨੀ ਨਹੀਂ ਦੇਣੀ, ਉਹਨੂੰ ਪ੍ਰਮੋਸ਼ਨ ਦੇਣੀ ਹੈ ਤੇ ਚੈਨਲ ਕਿਹੜਾ ਹੋਏਗਾ। ਜਿਹੜਾ 19 ਦਾ ਡਰਾਫਟ ਹੈ ਉਹ ਇਸ ਗੱਲ ਨੂੰ ਐਕਸਪਲੇਨ ਕਰਦਾ। ਇਹਦੇ ਨਾਲ ਟੀਚਰਸ ਦੇ ਲਈ ਵੀ ਇੱਕ ਸਮੱਸਿਆ ਬਣ ਸਕਦੀ ਹੈ ਤੇ ਉਹਨਾਂ ਨੂੰ ਜੇ ਕਹਿਣਗੇ ਵੀ ਤੁਸੀਂ ਸੈਲਫ ਸਫੀਸ਼ੀਐਂਟ ਹੋ ਜਾਓ ਤੇ ਉਹ ਪੈਸਾ ਕਿੱਥੋਂ ਆਏਗਾ? ਤੇ ਵਿਦਿਆਰਥੀਆਂ ਕੋਲੋਂ ਆਏਗਾ। ਵਿਦਿਆਰਥੀਆਂ ਤੋਂ ਆਏਗਾ। ਸੁਭਾਵਿਕ ਸਿੱਖਿਆ ਬਹੁਤ ਮਹਿੰਗੀ ਹੋਏਗੀ, ਵਿਦਿਆਰਥੀ ਫੀਸ ਨਹੀਂ ਦੇ ਸਕਣਗੇ। ਇੱਕ ਫੋਰਨ ਯੂਨੀਵਰਸਿਟੀਜ਼ ਆ ਜਾਣਗੀਆਂ, ਉਹਨਾਂ ਦੀਆਂ ਫੀਸਾਂ ਜ਼ਿਆਦਾ ਹੋਣਗੀਆਂ ਤੇ ਗਰੀਬ ਗੁਰਬਾ ਤੇ ਨਹੀਂ ਪੜ੍ਹ ਸਕੇਗਾ। ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਜਾਂ ਗਵਰਨਮੈਂਟ ਇੰਸਟੀਟਿਊਸ਼ਨ ਨੇ, ਇਹਨਾਂ ਦੀਆਂ ਫੀਸਾਂ ਵੀ ਵਧਣਗੀਆਂ ਤੇ ਉਹ ਨਹੀਂ ਪੜ੍ਹ ਸਕੇਗਾ। ਬਾਕੀ ਲੋਨ ਕਿੰਨੇ ਕੁ ਲੈ ਸਕਦੇ ਹੁੰਦੇ ਨੇ, ਤੁਸੀਂ ਉਹਨਾਂ ਨੂੰ ਛੋਟ ਦੇ ਦਿਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਇਹਨਾਂ ਦਾ ਇੱਕ ਮਕਸਦ ਹੈ, ਫਾਈਨਲ ਜਿਹੜੀ ਗੱਲ ਜ਼ਿਆਦਾ ਮੈਨੂੰ ਚਿੰਤਾ ਲੱਗਦੀ ਹੈ ਉਹ ਹੈ ਟੈਕਨੋਲੋਜੀ ਦੇ ਉੱਪਰ ਇੰਨਾ ਕੁ ਜ਼ੋਰ ਹੈ ਕਿ ਉਹ ਇਹ ਕਹਿੰਦੇ ਨੇ ਮੈਂ ਇੱਥੇ ਇੱਕ ਦਖਲ ਦੇਣਾ ਚਾਹੁੰਦੀ ਕਿ ਲੋਕ ਵਿਰੋਧੀ ਜਿਹੜੇ ਵੀ ਰਜੀਮ ਨੇ, ਤੰਤਰ ਨੇ, ਉਹ ਮੇਰਾ ਖਿਆਲ ਹੈ ਟੈਕਨੋਲੋਜੀ ਸਭ ਤੋਂ ਵੱਧ ਵਰਤਣੀ ਚਾਹੁੰਦਾ ਨੇ। ਤੁਸੀਂ ਇਹ ਬੜੀ ਇੰਟਰਸਟਿੰਗ ਗੱਲ ਕਹੀ। ਇੱਕ ਫਿਜ਼ਿਕਸ ਦੇ ਪ੍ਰੋਫੈਸਰ ਹੋਏ ਕੈਨੇਡਾ ਵਿੱਚ, ਉਰਸੁਲਾ ਫਰੈਂਕਲਿਨ। ਉਹ ਹੁਣ ਉਹਨਾਂ ਦੀ ਡੈਥ ਹੋ ਗਈ, ਉਹ 95-96 ਈਅਰਸ 올ਡ ਹੋ ਕੇ ਪਿੱਛੇ ਹੋਈ। ਉਹਨਾਂ ਨੇ ਕੋਈ ਲੈਕਚਰ ਦਿੱਤੇ ਸੀਗੇ, ਮੈਸੀ ਲੈਕਚਰ ਸੀਰੀ, ਤੇ ਉਹ ਛਪੀ ਵੀ ਹੋਈ ਹੈ। ਉਹਦਾ ਨਾਂ ਹੈ ਦ ਰੀਅਲ ਵਰਲਡ ਆਫ ਟੈਕਨੋਲੋਜੀ। ਤੇ ਉਹ ਆਪ ਸਪੇਸ ਸਾਇੰਟਿਸਟ ਸੀਗੇ ਤੇ ਉਹਨਾਂ ਨੇ ਉਹ ਕਿਤਾਬ ਦੇ ਵਿੱਚ ਟੈਕਨੋਲੋਜੀ ਨੂੰ ਐਜੂਕੇਸ਼ਨ 'ਚ ਵਰਤਣ ਦੇ ਕਿੰਨੇ ਕੁ ਤੱਕ ਵਰਤੀ ਜਾ ਸਕਦੀ ਹੈ, ਉਹ ਕਿਉਂ ਵਰਤਣੀ ਚਾਹੀਦੀ ਹੈ, ਤੇ ਉਹਦੀ ਐਕਸੈਸਿਵ ਜਿਹੜਾ ਯੂਜ਼ ਹੈ ਉਹ ਕੀ ਕਰਦਾ। ਉਹਨਾਂ ਨੇ ਇੱਕ ਨਾ ਲਾਈਨ ਬੜੀ ਖੂਬਸੂਰਤ ਕਹੀ। ਉਹਨਾਂ ਨੇ ਇਹ ਕਿਹਾ ਕਿ ਟੈਕਨੋਲੋਜੀ, ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਕੰਪਲਾਇੰਟ ਸਿਟੀਜ਼ਨਰੀ,
ਪੈਦਾ ਕਰਦੀ ਹੈ। ਮਤਲਬ ਵੀ ਕੰਪਲਾਇੰਟ ਮਤਲਬ ਕਿ ਸਤ ਵਚਨ, ਆਗਿਆਕਾਰੀ, ਤਾਬਿਆਦਾਰ। ਉਹਨਾਂ ਦਾ ਇਹ ਵਰਡ ਹੈ ਕਿ ਜਿਹੜੀ ਟੈਕਨੋਲੋਜੀ ਹੈ ਇਹ ਤਾਬਿਆਦਾਰ ਸਿਟੀਜ਼ਨ ਪੈਦਾ ਕਰਦੀ ਹੈ। ਤੇ ਹੁਣ ਜ਼ਾਹਿਰ ਹੈ ਕਿ ਕੌਣ ਨਾ ਚਾਹੇਗਾ ਕਿ ਮੇਰੇ ਆਲੇ ਦੁਆਲੇ ਤਾਬਿਆਦਾਰ ਹੀ ਹੋਣ, ਕੌਣ ਚਾਹੇਗਾ ਕਿ ਸਵਾਲ ਕਰਨ ਵਾਲੇ ਹੋਣ। ਹਾਂਜੀ ਡਾਕਟਰ ਸਾਹਿਬ, ਇਹ ਹੈ ਨਾ ਕਿ ਜੇ ਹੁਣ ਇਹ ਤਾਬਿਆਦਾਰ ਨਾਗਰਿਕ ਪੈਦਾ ਕਰਨ ਲਈ, ਇਹੋ ਜਿਹੀ ਉਚੇਰੀ ਸਿੱਖਿਆ ਲੈਣ ਲਈ, ਇੰਨੀ ਮਹਿੰਗੀ ਸਿੱਖਿਆ ਲੈਣ ਲਈ, ਤੁਸੀਂ ਵੀ ਕਹਿ ਚੁੱਕੇ ਹੋ ਕਿ ਗਰੀਬ ਗੁਰਬੇ ਤਾਂ ਇਸ ਵਿੱਚੋਂ ਬਿਲਕੁਲ ਹੀ ਬਾਹਰ ਹੋ ਜਾਣਗੇ, ਪਰ ਉਹ ਗਰੀਬ ਗੁਰਬੇ ਪਹਿਲਾਂ ਸਕੂਲਾਂ 'ਚ ਪੜ੍ਹਨਗੇ ਤਾਂ ਹੀ ਹੈ ਨਾ। ਸਕੂਲੀ ਸਿੱਖਿਆ ਦਾ ਜਿਹੜਾ ਦ੍ਰਿਸ਼ ਹੈ ਇਹ ਵੀ ਕੋਈ ਬਹੁਤਾ ਚੰਗਾ ਇਸ ਨੀਤੀ ਦੇ ਮੁਤਾਬਕ ਨਹੀਂ ਜਾਪ ਰਿਹਾ। ਇਹਦੇ ਬਾਰੇ ਥੋੜ੍ਹਾ ਖੁਲਾਸਾ ਕਰੋ। ਦੇਖੋ, ਉਹਦੇ ਵਿੱਚ ਇਹ ਹੈ ਕਿ ਵੀ ਇਹਨਾਂ ਨੇ ਯਤਨ ਤਾਂ ਇਹ ਕਰ ਰਹੇ ਨੇ ਕਿ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਕੁਝ ਇੱਕ ਸਟੈਪ ਲਏ ਨੇ ਉਹਨਾਂ ਨੇ, ਠੀਕ ਹੈ। ਉਹ ਕਿੰਨੇ ਕਾਰਗਰ ਹੋਣਗੇ ਇਹਦੇ ਬਾਰੇ ਮਤਲਬ ਚਿੰਤਾਵਾਂ ਨੇ। ਪਹਿਲੀ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਕਿਹਾ ਅਸੀਂ ਫਾਊਂਡੇਸ਼ਨਲ ਲਿਟਰੇਸੀ ਕਰਾਂਗੇ, ਅਸੀਂ ਉਹਨਾਂ ਨੂੰ ਲਿਖਣਾ ਪੜ੍ਹਨਾ ਇਹ ਕਰਨਾ ਸਿਖਾਵਾਂਗੇ ਅਤੇ ਉਹ ਕਰਾਂਗੇ, ਉਹ ਉਹਨਾਂ ਦੀ ਨਾ ਮਜ਼ਬੂਤ ਕਰਾਂਗੇ ਜਿਹੜੀ ਬੁਨਿਆਦ ਹੈ ਹੈ ਨਾ। ਅਤੇ ਮੈਨੂੰ ਇਹ ਦੱਸੋ ਵੀ ਕਿਹੜੀ ਨੀਤੀ ਹੈ ਜਿਹੜੀ ਇਹ ਕਹਿੰਦੀ ਸੀ ਵੀ ਆਪਾਂ ਬੁਨਿਆਦ ਮਜ਼ਬੂਤ ਨਹੀਂ ਕਰਾਂਗੇ। ਮਤਲਬ ਹੁਣ ਤੱਕ ਜਦੋਂ ਸਕੂਲ ਚੱਲਦੇ ਸੀ ਤਾਂ ਉਹ ਬੁਨਿਆਦ ਮਜ਼ਬੂਤ ਕਰਨ ਲਈ ਉਹ ਚੱਲਦੇ ਸੀ ਨਾ। ਅਤੇ ਜੇ ਬੱਚਿਆਂ ਦੀ ਬੁਨਿਆਦ ਲਿਟਰੇਸੀ ਵਿੱਚ, ਨਿਊਮਰੇਸੀ ਵਿੱਚ ਨਹੀਂ ਪੱਕੀ ਹੋਈ ਸੀ ਅਤੇ ਫਿਰ ਸਾਡੀਆਂ ਕਮੀਆਂ ਰਹਿ ਗਈਆਂ ਸੀ ਨਾ। ਸਾਡੇ ਪੜ੍ਹਨ ਪੜ੍ਹਾਉਣ ਦੇ ਮਸਲਿਆਂ ਦੇ ਵਿੱਚ ਕੋਈ ਕਮੀ ਰਹਿ ਗਈ ਸੀ ਨਾ, ਆਪਾਂ ਨੂੰ ਤਾਂ ਉਹ ਦੂਰ ਕਰਨੀ ਸੀ ਨਾ। ਸਾਨੂੰ ਇਹ ਤਾਂ ਨਹੀਂ ਦੱਸਣਾ ਸੀ ਨਾ ਕਿ ਵੀ ਜੇ ਤੁਸੀਂ ਇੱਦਾਂ ਇਹ ਜੀ ਤਾਂ ਕਮੀ ਇਸ ਤਰ੍ਹਾਂ ਦੂਰ ਹੋ ਸਕਦੀ ਹੈ, ਉਸ ਤਰ੍ਹਾਂ ਦੂਰ ਹੋ ਸਕਦੀ ਹੈ। ਉਹ ਤਰੀਕੇ ਉਹ ਦੱਸਦੇ ਨੇ, ਉਹ ਮਤਲਬ ਅਸੀਂ ਉਹਦਾ ਵੈਲਕਮ ਕਰਦੇ ਹਾਂ। ਲੇਕਿਨ ਫਿਰ ਇੱਕ ਮਾਫੀ ਮੰਗਦਿਆਂ ਹੋਇਆਂ ਕਿ ਵੀ ਫਾਈਨਲ ਡਰਾਫਟ ਨਹੀਂ ਹੈਗਾ, ਅਤੇ ਇਹਨੂੰ ਐਕਸਪਲੇਨ ਕਰਨ ਵਾਸਤੇ ਸਹਾਰਾ ਡਰਾਫਟ ਦਾ ਲੈਣਾ ਪਏਗਾ। ਡਰਾਫਟ ਦਾ ਵੀ ਤੇ ਜਾਂ ਜੋ ਪ੍ਰੈਸ ਕਾਨਫਰੰਸ 'ਚ ਨਹੀਂ, ਪ੍ਰੈਸ ਕਾਨਫਰੰਸ ਵੀ ਇਹ ਗੱਲ ਨਹੀਂ ਹੈ, ਖਰੜੇ ਦੀ ਗੱਲ ਮੈਂ ਕਰਾਂਗਾ। ਜਹਾਂ ਜੋ ਪੁਰਾਣਾ ਕਰ ਹਾਂ, ਹੁਣ ਤੁਸੀਂ ਇੱਕ ਬੜੀ ਚੰਗੀ ਗੱਲ ਉਹਨਾਂ ਨੇ ਕਹੀ ਕਿ ਪ੍ਰੀ ਪ੍ਰਾਇਮਰੀ 3 ਸਾਲ ਦਾ ਜਿਹੜਾ ਬੱਚਾ ਹੈਗਾ ਉਹਨੂੰ ਵੀ ਆਪਾਂ ਸਕੂਲ ਵਿੱਚ ਲੈ ਕੇ ਆਵਾਂਗੇ ਤੇ ਉਹਨੂੰ ਉਹਦਾ ਰਾਈਟ ਬਣਾਵਾਂਗੇ। ਪਰ ਇੱਥੇ ਮੈਨੂੰ ਇੱਕ ਸ਼ੱਕ, ਮੈਂ ਸੌਰੀ ਵਿੱਚੋਂ ਹੀ ਟੋਕ ਰਹੀ ਹਾਂ, ਕਿ ਕੀ 3 ਸਾਲ ਦੇ ਬੱਚੇ ਦੇ ਬਿਲਕੁਲ ਹੀ ਨਾਜ਼ੁਕ, ਇੱਕ ਬਿਲਕੁਲ ਫੁੱਲ ਵਰਗਾ ਬੱਚਾ ਹੁੰਦਾ, ਕਲੀ ਹੀ ਹੁੰਦਾ ਹੈ ਨਾ ਬਰਾਬਰ, ਤੇ ਉਹ ਨਿੱਕੇ ਜਿਹੇ ਬੱਚੇ ਦੇ ਭੋਲੇ ਜਿਹੇ ਮਨ ਨੂੰ ਸ਼ੁਰੂ ਤੋਂ ਹੀ ਕੰਟਰੋਲ ਕਰਨ ਦਾ ਇਹ ਨਹੀਂ ਤਰੀਕਾ ਲੱਗਦਾ ਕਿ 3 ਸਾਲ ਦੇ ਬੱਚੇ ਨੂੰ ਤੁਸੀਂ ਰਾਈਟ ਟੂ ਐਜੂਕੇਸ਼ਨ। ਦੇਖੋ, ਮੈਨੂੰ ਇਹ ਲੱਗਦਾ ਕਿ ਵੀ 3 ਸਾਲ ਦੇ ਬੱਚੇ ਦੀ ਸਾਂਭ ਸੰਭਾਲ ਕਰਨੀ ਤੇ ਉਹਨੂੰ ਪੜ੍ਹਾਉਣਾ ਇਹ ਤੇ ਚੰਗਾ ਕਰਮ ਹੈ। ਹੁਣ ਜਿਹੜਾ ਕਰਮ ਕਰਨ ਵਾਲਾ ਉਹ ਕਿਸ ਤਰ੍ਹਾਂ ਦਾ ਕੰਮ ਕਰਦਾ, ਇਹ ਇੱਕ ਵੱਖਰਾ ਇਸ਼ੂ ਹੈ ਕਿ ਵੀ 3 ਸਾਲ ਦੇ ਬੱਚੇ ਨੂੰ ਇੱਕ ਮਤਲਬ ਖੇਡਣ ਮੱਲਣ ਪੜ੍ਹਨ ਸਿੱਖਣ ਵਾਲਾ ਮਾਹੌਲ ਮਿਲੇ, ਇਹਦੇ ਨਾਲ ਤਾਂ ਕੋਈ ਕਿਸੇ ਤੱਕ ਵਿਰੋਧ ਨਹੀਂ ਹੋ ਸਕਦਾ। ਸੋ ਇਸ ਕਰਕੇ ਉਹਨਾਂ ਦਾ 3 ਸਾਲ ਦੇ ਬੱਚੇ ਨੂੰ ਵੀ ਰਾਈਟ ਟੂ ਐਜੂਕੇਸ਼ਨ ਵਿੱਚ ਸ਼ਾਮਿਲ ਕਰਨਾ ਇਹ ਤਾਂ ਇੱਕ ਪੋਜ਼ੀਟਿਵ ਗੱਲ ਹੈ। ਹੁਣ ਕਿੱਦਾਂ ਦੀ ਐਜੂਕੇਸ਼ਨ ਦਿੰਦੇ ਨੇ ਇਹ ਇੱਕ ਵੱਖਰਾ ਮਸਲਾ ਹੈ। ਪਾਠਕ੍ਰਮ ਕੀ ਹੁੰਦਾ? ਤੁਸੀਂ ਮੈਨੂੰ ਸਵਾਲ ਪੁੱਛੋ ਪਾਠਕ੍ਰਮ ਕੀ ਹੁੰਦਾ? ਨਹੀਂ, ਮੈਂ ਕਿਹਾ ਇਹ ਨਿਰਭਰ ਕਰਦਾ ਕਿ ਪਾਠਕ੍ਰਮ ਕੀ ਹੈ। ਉਹ ਠੀਕ ਹੈ, ਅੱਛਾ ਉਹ ਗੱਲ ਠੀਕ ਹੈ, ਲੇਕਿਨ ਹੁਣ ਉਹ ਦੂਜਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ 14 ਸਾਲ ਦੀ ਉਮਰ ਤੱਕ ਪਹਿਲੇ ਰਾਈਟ ਟੂ ਐਜੂਕੇਸ਼ਨ ਹੈਗਾ, ਇਹਨੂੰ ਅਸੀਂ 18 ਸਾਲ ਤੱਕ ਲੈ ਜਾਵਾਂਗੇ, 12ਵੀਂ ਕਲਾਸ ਤੱਕ। ਇਹ ਇੱਕ ਵੈਲਕਮ ਕਦਮ ਹੈ। ਲੇਕਿਨ ਹੁਣ ਪ੍ਰੋਬਲਮ ਇਹ ਹੈਗੀ ਹੈ ਕਿ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਕੁਆਲਿਟੀ ਵਾਲੀ ਸਿੱਖਿਆ ਦੇਣ ਦਾ ਜਿਹੜਾ ਕੰਮ ਸੀ, ਜਦੋਂ 6 ਤੋਂ 14 ਸਾਲ ਤੱਕ ਦੀ ਉਮਰ ਦਾ ਰਾਈਟ ਟੂ ਐਜੂਕੇਸ਼ਨ ਹੁਣ ਤੱਕ ਸੀਗਾ, ਉਹਦੇ ਵਿੱਚ ਅਸੀਂ ਮਤਲਬ ਪੂਰੀ ਤਰ੍ਹਾਂ ਉਹਨੂੰ ਨਿਭਾ ਨਹੀਂ ਸਕੇ। ਹੁਣ ਪੈਸੇ ਨਹੀਂ ਦਿੱਤੇ, ਘੱਟ ਦਿੱਤੇ, ਅਤੇ ਜੇ ਅਸੀਂ ਆਪਣੇ ਬਜਟ ਦੇ ਵਿੱਚ ਵਾਧਾ ਹੀ ਨਹੀਂ ਕਰਾਂਗੇ ਅਤੇ ਫਿਰ ਅਸੀਂ ਉਹ 3 ਤੋਂ ਲੈ ਕੇ 12 ਸਾਲ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਵੇਂ ਚੁੱਕਾਂਗੇ? ਇਹ ਚਿੰਤਾ ਵਾਲੀ ਗੱਲ ਹੈ ਕਿ ਵੀ ਉਹਦੇ ਲਈ ਸਾਡੇ ਕੋਲ ਫੰਡ ਕਿਵੇਂ ਹੋਣਗੇ, ਕਿੱਥੇ ਹੋਣਗੇ। ਦੂਜਾ ਇਹ ਹੈ ਕਿ ਉਹਨਾਂ ਨੇ ਟੀਚਰ ਦੇ ਰੁਤਬੇ ਬਾਰੇ, ਉਹਦੀ ਪੋਜੀਸ਼ਨ ਬਾਰੇ ਉਹਦੀ ਬਹੁਤ ਉਹਨਾਂ ਨੇ ਸ਼ਲਾਘਾ ਕੀਤੀ ਹੈ, ਔਰ ਇਹ ਵੀ ਕਿਹਾ ਕਿ ਅਸੀਂ ਸਕੂਲ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਦੇ ਟੀਚਰ ਨੂੰ ਇੱਕ ਬਹੁਤ ਉੱਚੀ ਥਾਂ 'ਤੇ ਬੈਠਾ ਵੇਖਣਾ ਚਾਹੁੰਦੇ ਹਾਂ। ਪਰ ਜਿੰਨੀ ਗੱਲ ਹੋ ਗਈ ਚੰਗੀ, ਹਾਂ ਚੰਗੀ ਗੱਲ ਹੋ ਗਈ, ਤੇ ਉਹਨੂੰ ਟ੍ਰੇਨਿੰਗ ਵੀ ਦੇਵਾਂਗੇ, ਇਹ ਵੀ ਕਰਾਂਗੇ। ਹੁਣ ਮਸਲਾ ਇਹ ਹੈ ਕਿ ਪ੍ਰੈਕਟੀਕਲੀ ਉਹ ਕਰਨਗੇ ਕੀ?
ਨਹੀਂ, ਪਰ ਜਿਸ ਤਰ੍ਹਾਂ ਇਹ ਟੈਕਨੋਲੋਜੀ ਦੀ ਵਰਤੋਂ ਕਰਨ ਬਾਰੇ ਕਹਿ ਰਹੇ ਨੇ ਕਿ ਟੀਚਰ ਟੈਕਨੋਲੋਜੀ ਨਾਲ ਪੜ੍ਹਾਏਗਾ, ਤਾਂ ਫਿਰ ਤਾਂ ਉਹ ਕੰਟੈਂਟ ਮੈਨੇਜਰ ਹੋ ਗਿਆ ਤੇ ਸਿੱਧਾ ਰਾਬਤਾ ਵਿਦਿਆਰਥੀ ਦਾ ਟੀਚਰ ਨਾਲ ਨਹੀਂ ਰਿਹਾ। ਕਿਉਂਕਿ ਦੇਖੋ ਇੱਦਾਂ ਹੈ ਕਿ ਵੀ ਅਸੀਂ ਕਿਸੇ ਵੀ ਵਕਤ, ਮੁਸ਼ਕਿਲ ਦੇ ਵਕਤ ਵੀ ਤੇ ਆਸਾਨ ਵਕਤ ਵੀ, ਨਾਰਮਲ ਹਾਲਾਤ ਵਿੱਚ ਵੀ ਜਿਹੜੀ ਬੱਚਿਆਂ ਦਾ ਇਕੱਠੇ ਬੈਠ ਕੇ ਪੜ੍ਹਨਾ ਤੇ ਟੀਚਰ ਦੇ ਨਾਲ ਰੂਬਰੂ ਹੋ ਕੇ ਇੱਕ ਕੈਂਪਸ ਦੇ ਵਿੱਚ ਪੜ੍ਹਨਾ, ਜੋ ਲਰਨਿੰਗ ਉਹਦੇ ਨਾਲ ਹੁੰਦੀ ਹੈ, ਉਹ ਇਕੱਲੇ ਆਪਣੇ ਇੱਕ ਕਮਰੇ ਦੇ ਕਾਰਨਰ 'ਚ ਬੈਠ ਕੇ ਨਹੀਂ ਹੁੰਦੀ। ਉਹ ਤਾਂ ਉਹਦੇ ਮੇਚ ਦੀ ਹੋ ਹੀ ਨਹੀਂ ਸਕਦੀ। ਲੇਕਿਨ ਮੇਰੀ ਜਿਹੜੀ ਚਿੰਤਾ ਇਹ ਹੈ ਕਿ ਜਿਹੜੇ ਕਮਜ਼ੋਰ ਬੱਚੇ ਨੇ, ਜਿਹੜੇ ਮਤਲਬ ਸਿੱਖਿਆ ਵਿੱਚ ਕਮਜ਼ੋਰ ਨੇ ਜਾਂ ਘਰੋਂ ਹੀ ਕਮਜ਼ੋਰ ਨੇ, ਆਰਥਿਕ ਤੌਰ ਤੇ ਵੀ ਕਮਜ਼ੋਰ ਨੇ, ਹੁਣ ਵੀ ਸਾਹਮਣੇ ਆ ਹੀ ਰਿਹਾ ਕਿ ਸਮਾਰਟਫੋਨਾਂ ਨਾਲ ਕਿੰਨੇ ਕੁ ਬੱਚੇ ਪੜ੍ਹ ਸਕਦੇ ਨਹੀਂ ਆ ਰਹੇ। ਹੁਣ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਵੀ ਜਿਹੜੇ ਬੱਚੇ ਕਮਜ਼ੋਰ ਨੇ ਉਹਨਾਂ ਵਾਸਤੇ ਅਸੀਂ ਇੱਕ ਵਿਸ਼ੇਸ਼ ਮੁਹਿੰਮ ਚਲਾਓ। ਉਹ ਕੌਣ ਚਲਾਏਗਾ? ਕਹਿੰਦੇ ਜੀ ਉਹ ਨੈਸ਼ਨਲ ਟਿਊਟਰ ਪ੍ਰੋਗਰਾਮ ਕਰਾਂਗੇ। ਨੈਸ਼ਨਲ ਟਿਊਟਰ ਪ੍ਰੋਗਰਾਮ ਇਹ ਹੈ, ਜੋ ਡਰਾਫਟ ਨੇ ਦੱਸਿਆ ਸੀਗਾ, ਉਹ ਇਹ ਸੀ ਕਿ ਵੀ ਕੋਈ ਵੀ ਚੰਗੀ ਭਾਵਨਾ ਦੇ ਨਾਲ ਅੱਗੇ 10ਵੀਂ ਪਾਸ, 12ਵੀਂ ਪਾਸ, 11ਵੀਂ ਪਾਸ, BA ਪਾਸ, ਕੋਈ ਵੀ ਬੱਚਾ, ਲੜਕੀ ਲੜਕਾ, ਵੱਡਾ ਛੋਟਾ, ਉਹ ਆਵੇ ਕਿ ਇੱਥੇ ਟੀਚਰ ਨਹੀਂ ਹੈਗਾ, ਮੈਂ ਪੜ੍ਹਾਉਣਾ। ਅਤੇ ਜਿਹੜੇ ਕਮਜ਼ੋਰ, ਪੜ੍ਹਨ 'ਚ ਕਮਜ਼ੋਰ ਨੇ, ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰਤਾ ਜਾਏਗਾ ਅਤੇ ਉਹ ਉਹਨਾਂ ਨੂੰ ਪੜ੍ਹਾਉਣਗੇ। ਅਤੇ ਜਿਹੜੇ ਟੀਚਰ ਨੇ, ਜਿਹੜੇ ਕੁਆਲੀਫਾਈਡ ਟੀਚਰ ਨੇ, ਉਹ ਉਹਨਾਂ ਨੂੰ ਮੋਨੀਟਰ ਕਰਨਗੇ। ਠੀਕ ਹੈ। ਇਸ ਤਰ੍ਹਾਂ ਹੀ ਇੱਕ ਸੀਗਾ ਰਿਮੀਡੀਅਲ ਇੰਟਰਵੈਂਸ਼ਨ ਪ੍ਰੋਗਰਾਮ ਚਲਾਇਆ ਜਾਏਗਾ। ਇੱਕ ਤਾਂ ਰਿਮੀਡੀਅਲ ਵੈਸੇ ਹੀ ਬੜਾ ਵਰਡ ਮਾੜਾ ਕਿ ਮੈਨੂੰ ਤੂੰ ਬਿਮਾਰ ਆ, ਤੂੰ ਸਿੱਖ ਹੈ, ਅਤੇ ਤੂੰ ਤੇ ਇੱਥੇ ਚਲਾ ਜਾ। ਇੱਕ ਤਾਂ ਤੁਸੀਂ ਕੈਟੇਗਰਾਈਜੇਸ਼ਨ ਕਰ ਦਿੱਤੀ। ਦੂਜਾ ਤੁਸੀਂ ਇਹ ਕਰ ਦਿੱਤਾ ਕਿ ਮੈਨੂੰ ਤੁਸੀਂ ਇਹ ਦੱਸੋ ਕਿ ਜੇ ਬੱਚਾ ਕਲਾਸ ਵਿੱਚ ਨਹੀਂ ਚੱਲ ਸਕਿਆ ਕੁਆਲੀਫਾਈਡ ਟੀਚਰ ਦੀ ਮਿਹਨਤ ਦੇ ਨਾਲ, ਅਤੇ ਉਹਨੂੰ ਤੁਸੀਂ ਸਪੈਸ਼ਲ ਟਰੀਟਮੈਂਟ ਦੇਣਾ ਹੈ, ਅਤੇ ਉਹਨੂੰ ਉਸ ਬੱਚੇ ਦੇ ਹਵਾਲੇ ਕਰ ਦਿਓਗੇ ਜਿਹੜਾ ਟ੍ਰੇਨਡ ਹੀ ਨਹੀਂ, ਜਿਹੜਾ ਖੁਦ ਘੱਟ ਪੜ੍ਹਿਆ ਹੈ, ਹਾਂ, ਜਿਹੜਾ ਟ੍ਰੇਨਡ ਨਹੀਂ, ਜਿਹਨੂੰ ਮੈਥਡਸ ਨਹੀਂ ਪਤਾ। ਇਹ ਤਾਂ ਬਿਲਕੁਲ ਉਸ ਤਰ੍ਹਾਂ ਹੀ ਹੋ ਗਿਆ ਕਿ ਜਿਹੜਾ ਸੀਰੀਅਸ ਪੇਸ਼ੈਂਟ ਹੈ ਉਹਨੂੰ ਤੇ ਨੌ ਸਿੱਖੇ ਡਾਕਟਰ ਦੇ ਕੋਲ ਭੇਜ ਦਿਓ, ਅਤੇ ਜਿਹੜਾ ਆਮ ਹੀ ਖਾਂਸੀ ਜ਼ੁਕਾਮ ਵਾਲਾ ਉਹਨੂੰ ਐਕਸਪਰਟ ਕੋਲ ਭੇਜ ਦਿਓ। ਇਹ ਤਾਂ ਬੜਾ ਹੀ ਉਲਟ ਕੰਮ ਹੋ ਗਿਆ ਨਾ। ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਇੱਕ ਚਿੰਤਾਜਨਕ ਗੱਲ ਹੈ। ਇਹਨਾਂ ਨੇ ਇਸ ਪਾਲਿਸੀ ਦੇ ਵਿੱਚ ਇਹ ਗੱਲ ਕਹੀ ਹੈ ਕਿ ਐਕਰੈਡੀਟੇਸ਼ਨ ਸਕੂਲ ਦੀ ਵੀ ਹੋਇਆ ਕਰੇਗੀ। ਜਿਵੇਂ ਹਾਇਰ ਐਜੂਕੇਸ਼ਨ 'ਚ ਨੈਸ਼ਨਲ ਐਕਰੈਡੀਟੇਸ਼ਨ ਏਜੰਸੀਆਂ ਨੇ, ਇਸ ਤਰ੍ਹਾਂ ਹੀ ਸਕੂਲ ਦੀਆਂ ਵੀ ਸਕੂਲ ਐਕਰੈਡੀਟੇਸ਼ਨ ਏਜੰਸੀਜ਼ ਹੋਣਗੀਆਂ, ਉਹ ਚਲਾਉਣਗੀਆਂ। ਚਲੋ ਉਹਦੇ ਵਿੱਚ ਵੀ ਸਟੇਟ ਦਾ ਰੋਲ ਘੱਟ ਜਾਏਗਾ। ਦੂਜਾ ਉਹਨਾਂ ਨੇ ਕਿਹਾ ਕਿ ਅਸੀਂ 10ਵੀਂ ਅਤੇ 12ਵੀਂ ਦੇ ਐਗਜ਼ਾਮ ਬੜੇ ਆਸਾਨ ਕਰ ਦਿਆਂਗੇ। ਉਹ ਕਿਉਂ ਕਰ ਦਿਆਂਗੇ? ਕਿ ਜੀ ਕੋਚਿੰਗ ਜਿਹੜੀ ਹੈ ਨਾ, ਉਹਨੂੰ ਠੱਲ ਪੈ ਜਾਏ, ਜਿਹੜੇ ਕੋਚਿੰਗ ਸੈਂਟਰ 'ਚ ਲੋਕ ਜਾਂਦੇ ਨੇ। ਹੁਣ ਮੇਰੇ ਮਨ 'ਚ ਇੱਕ ਸਵਾਲ ਆਉਂਦਾ ਕਿ ਕੋਚਿੰਗ ਸੈਂਟਰ ਦੇ ਵਿੱਚ ਬੱਚਾ ਜਿਹੜਾ ਜਾਂਦਾ, ਉਹ 10ਵੀਂ ਅਤੇ 12ਵੀਂ ਦਾ ਐਗਜ਼ਾਮ ਪਾਸ ਕਰਨ ਲਈ ਨਹੀਂ ਜਾਂਦਾ। ਉਹ ਤਾਂ ਜਾਂਦਾ IIT ਵਿੱਚ ਦਾਖਲ ਹੋਣ ਲਈ, ਇੰਜੀਨੀਅਰਿੰਗ ਕਰਨ ਲਈ, ਮੈਡੀਕਲ ਕਾਲਜ ਦੇ ਵਿੱਚ ਜਾਣ ਲਈ। 10ਵੀਂ ਪਾਸ ਹੋਣ ਲਈ ਜਾਂ 12ਵੀਂ ਪਾਸ ਹੋਣ ਲਈ ਕੋਚਿੰਗ ਸੈਂਟਰ 'ਚ ਨਹੀਂ ਜਾਂਦਾ। ਅਤੇ ਤੁਸੀਂ ਹੁਣ ਇੱਕ ਇਹ ਕਰ ਦਿੱਤਾ ਇਹਨਾਂ ਨੇ, ਫਿਰ ਉਹ ਇੱਕ ਸੈਂਟਰਲਾਈਜੇਸ਼ਨ ਦਾ, ਇੱਕ ਨੈਸ਼ਨਲ ਟੈਸਟਿੰਗ ਏਜੰਸੀ ਬਣੀ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਜਿਹੜੀ ਵੀ ਐਡਮਿਸ਼ਨ ਹੋਏਗੀ, ਉਹ ਨੈਸ਼ਨਲ ਟੈਸਟਿੰਗ ਏਜੰਸੀ ਟੈਸਟ ਲਏਗੀ ਨੈਸ਼ਨਲ ਲੈਵਲ 'ਤੇ, ਅਤੇ ਉਹਦੇ ਨੰਬਰਾਂ 'ਤੇ, ਉਹਦੇ ਰਿਜ਼ਲਟ ਦੇ ਬੇਸ 'ਤੇ ਸਾਰੇ ਕਾਲਜਾਂ ਦੀ ਅਤੇ ਯੂਨੀਵਰਸਿਟੀਆਂ ਦੀ ਐਡਮਿਸ਼ਨ ਹੋਏਗੀ। ਅਤੇ ਕੋਚਿੰਗ ਫਿਰ ਉਹਦੇ ਵੱਲ ਤੁਰ ਪਏਗੀ। ਹਾਂਜੀ, ਬਿਲਕੁਲ। ਕੋਚਿੰਗ ਦਾ ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਜਾਏਗਾ। ਤੁਸੀਂ ਇੱਕ ਬੰਨੇ ਕਹਿ ਰਹੇ ਹੋ ਕਿ ਅਸੀਂ ਆਟੋਨਮੀ ਦੇਣਾ ਚਾਹੁੰਦੇ ਹਾਂ ਜੀ, ਦੂਜੇ ਬੰਨੇ ਤੁਸੀਂ ਕਿਸੇ ਇੱਕ ਇੰਸਟੀਟਿਊਸ਼ਨ ਨੂੰ ਇੰਨਾ ਵੀ ਅਧਿਕਾਰ ਨਹੀਂ ਦੇ ਰਹੇ ਕਿ ਵੀ ਉਹ ਆਪ ਇਹ ਚੁਣ ਸਕੇ ਕਿ ਵੀ ਇਹ ਬੱਚਿਆਂ ਨੂੰ ਆਪਾਂ ਦਾਖਲ ਕਰ ਸਕਦੇ ਹਾਂ ਕਿ ਨਹੀਂ। ਉਹ ਵੀ ਸੈਂਟਰਲ ਲੈਵਲ ਦੀ ਏਜੰਸੀ ਕਰੇਗੀ। ਮਤਲਬ ਮੈਨੂੰ ਲੱਗਦਾ ਹੈ ਵੀ ਕੇਂਦਰੀਕਰਨ, ਟੈਕਨੋਲੋਜੀ ਅਤੇ ਗਵਰਨੈਂਸ ਦੇ ਵਿੱਚ ਆਟੋਨਮੀ ਦੇ ਨਾਂ 'ਤੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ, ਔਰ ਕਾਫੀ ਆਟੋਨਮੀ ਦੇ ਨਾਂ 'ਤੇ ਆਰਬਿਟਰੇਰੀਨੈਸ ਪੈਦਾ ਹੋ ਜਾਣਾ। ਅਤੇ ਲੇਕਿਨ ਇਹ ਸਾਰੇ ਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਸਭ ਤੋਂ ਵੱਡਾ ਜਿਹੜਾ ਅਸਰ ਹੋਣ ਵਾਲਾ ਉਹ ਉਹਨਾਂ ਲੋਕਾਂ 'ਤੇ ਹੋਣ ਵਾਲਾ, ਔਰ ਜਿਹੜੇ ਬਦਕਿਸਮਤੀ ਨਾਲ ਹੁਣ ਮੈਜੋਰਿਟੀ 'ਚ ਹੋ ਗਏ ਨੇ, ਔਰ ਉਹ ਨੇ ਗਰੀਬ ਲੋਕ। ਬਾਕੀ ਜਿਹੜਾ ਜਿਹਦੇ ਕੋਲ ਸਾਧਨ ਸੀਗੇ ਉਹਨੂੰ ਤਾਂ ਅੱਜ ਵੀ ਕੋਈ ਪ੍ਰੋਬਲਮ ਨਹੀਂ ਹੈ, ਉਹਨੂੰ ਪਹਿਲੇ ਵੀ ਕੋਈ ਪ੍ਰੋਬਲਮ ਨਹੀਂ ਸੀ, ਉਹਨੂੰ ਆਉਣ ਵਾਲੇ ਸਮੇਂ 'ਚ ਵੀ ਕੋਈ ਪ੍ਰੋਬਲਮ ਨਹੀਂ ਹੋਣੀ। ਪਬਲਿਕ ਸਿਸਟਮਸ ਸਾਰਿਆਂ ਲਈ ਬਣਨੇ ਹੁੰਦੇ ਨੇ। ਅਤੇ ਮੈਨੂੰ ਇਹ ਸ਼ੱਕ ਹੈ, ਮੈਨੂੰ ਡਰ ਹੈ
ਕਿ ਜੇ ਇਹ ਨੀਤੀਆਂ ਬਿਲਕੁਲ ਇਸ ਤਰ੍ਹਾਂ ਅਪਣਾਈਆਂ ਜਾਂਦੀਆਂ ਤਾਂ ਉਹਦੇ ਨਾਲ ਮਤਲਬ ਪਿਛੜੇ ਇਲਾਕਿਆਂ ਦੇ ਵਿੱਚ ਪ੍ਰੋਬਲਮ ਆਏਗੀ। ਹੁਣ ਤੁਸੀਂ ਕਾਲਜਾਂ ਦੀ ਗੱਲ ਕੀਤੀ, ਇਹਨੇ ਕਿਹਾ ਵੀ ਅਸੀਂ ਗੌਰਮੈਂਟ ਦੇ ਵੱਲੋਂ ਹਰ ਡਿਸਟ੍ਰਿਕਟ ਵਿੱਚ ਜਾਂ ਹਰ ਡਿਸਟ੍ਰਿਕਟ ਦੇ ਨੇੜੇ ਇੱਕ ਸਰਕਾਰੀ ਖਰਚੇ ਨਾਲ ਇੱਕ ਕਾਲਜ ਚਲਾਵਾਂਗੇ। ਠੀਕ ਹੈ, ਉਹ ਹੁਣ ਕਿੰਨੀ ਗਿਣਤੀ ਵਾਲਾ ਹੋਏਗਾ, ਕਿੱਥੇ ਹੋਏਗਾ, ਉਹ ਸੁਵਿਧਾ ਵਾਲੀ ਥਾਂ 'ਤੇ ਹੋਏਗਾ, ਸਾਧਨਹੀਨ ਲੋਕਾਂ ਤੱਕ ਵੀ ਪਹੁੰਚੇਗਾ ਨਾ ਪਹੁੰਚੇਗਾ, ਇਹਦੇ ਬਾਰੇ ਬਹੁਤ ਸਵਾਲ ਨੇ ਜਿਹੜੇ ਆਉਣ ਵਾਲਾ ਭਵਿੱਖ ਹੀ ਦੱਸ ਸਕੇਗਾ। ਹਾਂ, ਜਦ ਤੱਕ ਸਾਡੇ ਕੋਲੇ ਖਰੜਾ ਇਹ ਸਿੱਖਿਆ ਨੀਤੀ ਦਾ ਡਰਾਫਟ ਜਦ ਤੱਕ ਲਾਗੂ ਵੀ ਨਹੀਂ ਹੁੰਦੀ, ਉਦੋਂ ਤੱਕ ਬੇਤਹਾਸ਼ਾ ਟੈਕਨੋਲੋਜੀ ਦੀ ਵਰਤੋਂ ਦਾ ਇਹਨਾਂ ਦਾ ਏਜੰਡਾ ਵਰਤਮਾਨ ਤੰਤਰ ਦਾ ਅਤੇ ਪ੍ਰਾਈਵੇਟਾਈਜੇਸ਼ਨ ਵੱਲ ਇਹਦਾ ਬਹੁਤ ਜ਼ਿਆਦਾ ਝੁਕਾਅ, ਅਤੇ ਸਭ ਤੋਂ ਵੱਡੀ ਗੱਲ ਹੈ ਕਿ ਰਾਜਾਂ ਦੇ ਹੱਕਾਂ 'ਤੇ ਜਿਹੜਾ ਡਾਕਾ ਮਾਰਨ ਦਾ ਜਿਹੜਾ ਇਹਦੀ ਰੁਝਾਨ ਵੱਧ ਰਿਹਾ ਸਾਡੇ ਕੇਂਦਰ ਦਾ। ਅਤੇ ਉਸ ਤੋਂ ਵੀ ਫਿਕਰਮੰਦੀ ਇਹ ਹੈ ਕਿ ਪਾਠਕ੍ਰਮ ਕਿਹੋ ਜਿਹੇ ਹੋਣਗੇ, ਕੀ ਕੰਟੈਂਟ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ, ਟੀਚਰ ਦੀ ਹਸਤੀ ਕੀ ਹੋ ਜਾਵੇਗੀ। ਇਹ ਸਾਰਾ ਕੁਛ ਹਾਲ ਦੀ ਘੜੀ ਦਾ ਸਰਕਾਰ ਦੀ ਨੇਕ ਨੀਤੀ ਵੱਲ ਇਸ਼ਾਰਾ ਨਹੀਂ ਕਰ ਰਿਹਾ, ਅਤੇ ਆਉਂਦੇ ਦਿਨਾਂ ਵਿੱਚ ਦੇਖਦੇ ਹਾਂ ਕਿ ਕੀ ਹੁੰਦਾ। ਅਤੇ ਅਸੀਂ ਦੁਬਾਰਾ ਡਾਕਟਰ ਕੁਲਦੀਪ ਪੁਰੀ ਹੋਰਾਂ ਕੋਲ ਫਿਰ ਆਵਾਂਗੇ, ਅਤੇ ਤਦ ਤੱਕ ਲਈ ਤੁਸੀਂ ਡਾਕਟਰ ਸਾਹਿਬ ਸਾਨੂੰ ਇੰਨਾ ਸਮਾਂ ਦਿੱਤਾ ਅਤੇ TV ਪੰਜਾਬ ਦੇ ਸਾਡੇ ਚੈਨਲ ਨੂੰ ਇੰਨਾ ਟਾਈਮ ਦਿੱਤਾ, ਤੁਸੀਂ ਇਹ ਵਿਸਥਾਰ 'ਚ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਅਤੇ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟਸਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।